ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਮੋਕੋਲੀ ਨੋ ਸੰਗ ਅਰਬਿੰਦ ਨੈਣ ਗਏ ਤਾਹਾਂ। ਇੰਡਕ ਕੋ ਰੂਪ ਮਰਦਾਨਾ ਜਹਾਂ ਬੈਸੀਆ। ਹੀਰ ਕਰ ਦੂਰਈ ਤੇ ਭੂਰ ਹਰ ਖਾਏ ਉਠਿਓ। ਨਾਸਾਪੁਰ ਕਾਏ ਕੁਰ ਅਵਨੀ ਹਨੇਸੀਆ। ਭੈ ਭੈ ਪਨੇ ਮੁਖ ਔਰ ਨਾ ਚਲੇ ਹੈ ਬਸ। ਦੇਖ ਦ੍ਰਿਗ ਬਿਗਸਤ ਬਦਨ ਕੁਸੇਸੀਆ। ਗਏ ਤਿਸ ਆਲੇ ਐਦੇ ਆਲਦਾਰ ਠਾਂਡੇ ਪਏ। ਸੁੰਦਰ ਸਰੀਰ ਚੀਰ ਸਜ ਸ਼ੁਭ ਬੇਸੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਤਾ ਦੇ ਪਾਤਰ ਹੋ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਧ ਸੰਗਤ ਸੱਚਖੰਡ ਹੈ ਆਏ ਝਰੋਖ ਹੈ ਖੋਲ੍ਹੈ ਬਾਰੀ। ਨਿਤਾ ਪ੍ਰਤੀ ਦਿਨ ਦੁਨੀਆ ਦੇ ਮਾਲਕ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਪਾਰ ਬ੍ਰਹਮ ਪਰਮੇਸ਼ਰ ਦੀ ਨਿਰੰਕਾਰ ਦੀ ਕਥਾ ਹੈ। ਅਕਾਲ ਪੁਰਖ ਦੀ ਕਥਾ ਹੈ।
ਕਿ ਕਿਵੇਂ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਵਿੱਚ ਅਵਤਰਤ ਹੋ ਕੇ ਅਨੇਕਾਂ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ। ਗਰੀਬ ਨਵਾਜ ਕਾਮਰੂ ਦੇਸ਼ ਪਹੁੰਚੇ ਨੇ, ਜਿੱਥੇ ਬੜੇ ਬੜੇ ਜਾਦੂਗਰ ਰਹਿੰਦੇ ਆ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਭੁੱਖ ਲੱਗੀ ਹੈ, ਮੈਂ ਨਗਰ 'ਚ ਜਾਵਾਂ। ਸਤਿਗੁਰਾਂ ਨੇ ਵਰਜਿਆ, ਮਰਦਾਨਿਆ ਇਹ ਨਗਰ ਠੀਕ ਨਹੀਂ, ਇੱਥੇ ਜਾਣਾ ਯੋਗ ਨਹੀਂ। ਇਹ ਤੰਤਰ ਮੰਤਰ ਵਾਲੀਆਂ ਇਸਤਰੀਆਂ ਦਾ ਨਗਰ ਹੈ। ਪਰ ਭਾਈ ਸਾਹਿਬ ਨਹੀਂ ਮੰਨੇ ਤੇ ਸਤਿਗੁਰਾਂ ਨੇ ਆਖਿਆ, ਜਾ ਫਿਰ ਜਾ ਕੇ ਵੇਖ ਲੈ। ਜਦੋਂ ਨਗਰ ਵਿੱਚ ਗਏ, ਵਿਭਚਾਰਣੀਆਂ ਇਸਤਰੀਆਂ ਹਨ ਇਸ ਨਗਰ ਵਿੱਚ। ਤ੍ਰਿਆ ਰਾਜ ਹੈ, ਮੰਤਰ ਤੰਤਰ ਜਾਦੂ ਜਾਣਦੀਆਂ ਨੇ। ਭਾਈ ਮਰਦਾਨਾ ਜੀ ਇੱਕ ਘਰ ਵਿੱਚ ਗਏ, 4 ਇਸਤਰੀਆਂ ਬੈਠੀਆਂ ਸਨ। ਉਹਨਾਂ 'ਚੋਂ ਇੱਕ ਇਸਤਰੀ ਨੇ ਭਾਈ ਸਾਹਿਬ ਦੇ ਗਲ ਵਿੱਚ ਇੱਕ ਧਾਗਾ ਪਾ ਕੇ ਮਹਿੰਡਾ ਇੰਡਕ ਵੀ ਜਿਹਨੂੰ ਲਿਖਿਆ ਆਪਾਂ ਭੇਡੂ ਵੀ ਕਹਿ ਦਿੰਦੇ, ਉਹ ਬਣਾ ਲਿਆ। ਭਾਈ ਮਰਦਾਨਾ ਜੀ ਨੇ ਵੇਖਿਆ ਕਿ ਉਹਨਾਂ ਨੂੰ ਆਪਣਾ ਸਰੀਰ ਭੇਡੂ ਦਾ ਸਰੀਰ ਨਜ਼ਰ ਆ ਰਿਹਾ ਹੈ ਤੇ ਮਨ ਹੀ ਮਨ ਅਰਦਾਸਾਂ ਕਰਦੇ, ਅੰਤਰਯਾਮੀ ਸਤਿਗੁਰੂ ਬਚਾਓ। 2 ਘੜੀਆਂ ਬੀਤ ਗਈਆਂ ਤੇ ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿੰਦੇ, ਭਾਈ ਬਾਲਾ ਜੀ ਚਲੋ ਮਰਦਾਨੇ ਨੂੰ ਛੁਡਾ ਲਿਆਈਏ, ਕਿਉਂਕਿ ਮਰਦਾਨੇ ਨੂੰ ਮਹਿੰਡਾ ਬਣਾਇਆ ਹੋਇਆ ਹੈ। ਭਾਈ ਬਾਲਾ ਜੀ ਹੱਸਦੇ ਹੋਏ ਕਹਿੰਦੇ, ਮਹਾਰਾਜ ਰਹਿਣ ਦਿਓ, ਝੱਟ ਬਣਿਆ, ਅੱਗੇ ਤੋਂ ਤੁਹਾਡਾ ਬਚਨ ਨਹੀਂ ਮੋੜੇਗਾ। ਗੁਰਦੇਵ ਨੇ ਆਖਿਆ, ਭਾਈ ਬਾਲਾ ਜੀ ਭਾਈ ਮਰਦਾਨੇ ਨੂੰ ਅਸੀਂ ਨਾਲ ਲਿਆਏ ਹਾਂ, ਸੰਗ ਲਏ ਕਿ ਹਮਕੋ ਲਾਜਾ, ਸਾਨੂੰ ਉਹਦੀ ਲਾਜ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਇਸ ਨਗਰ ਵਿੱਚ ਆਏ ਨੇ। ਬੜਾ ਸੁੰਦਰ ਨਗਰ ਹੈ। ਜਿਵੇਂ ਭਾਈ ਮਰਦਾਨੇ ਦੀ ਬੰਦ ਖਲਾਸੀ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ, ਅਰਦਾਸ ਕਰੀਏ, ਗਰੀਬ ਨਵਾਜ ਆਪਣੀ ਕਥਾ ਦਾ ਰਸ ਬਖਸ਼ੋ, ਆਪਣੇ ਚਰਨਾਂ 'ਚ ਸਾਡਾ ਧਿਆਨ ਜੋੜੋ। ਸਾਡੀਆਂ ਖਿੰਡੀਆਂ ਹੋਈਆਂ ਬਿਰਤੀਆਂ ਇਕਾਗਰ ਹੋ ਕੇ ਤੁਹਾਡੇ ਚਰਨਾਂ ਨਾਲ ਜੁੜ ਜਾਣ। ਗੁਰੂ ਚਰਨਾਂ ਦਾ ਆਸਰਾ ਲਓ ਤੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਮੋਕੋਲੀਨੋ ਸੰਗ ਅਰਬਿੰਦ ਨੈਣ ਗਏ ਤਾਹਾਂ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਸਤਿਗੁਰਾਂ ਨੇ ਨਾਲ ਲਿਆ ਤੇ ਕਮਲ ਬਦਨ ਸਤਿਗੁਰੂ ਜੀ ਮੈਨੂੰ ਨਾਲ ਲੈ ਕੇ ਉੱਥੇ ਪਹੁੰਚੇ। ਇੰਡਕ ਕੋ ਰੂਪ ਮਰਦਾਨਾ ਜਹਾਂ ਬੈਸੀਆ। ਜਿੱਥੇ ਭਾਈ ਮਰਦਾਨਾ ਜੀ ਮਹਿੰਡੇ ਦਾ ਰੂਪ ਬਣ ਕੇ ਬੈਠੇ ਹੋਏ ਸਨ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਸਤਿਗੁਰੂ ਜੀ ਨਾਲ ਲੈ ਕੇ ਉੱਥੇ ਆਏ ਹਨ। ਹੀਰ ਕਰ ਦੂਰ ਤੇ ਭੂਰ ਹਰ ਖਾਏ ਉਠਿਓ। ਜਦੋਂ ਭਾਈ ਮਰਦਾਨੇ ਨੇ ਵੇਖਿਆ ਕਿ ਦੀਨ ਦਿਆਲ ਸਤਿਗੁਰੂ ਆ ਗਏ ਨੇ, ਵੇਖਦਿਆਂ ਸਾਰ ਭਾਈ ਮਰਦਾਨਾ ਜੀ ਜੋ ਮਹਿੰਡੇ ਦੇ ਰੂਪ ਵਿੱਚ ਸਨ, ਬੜੀ ਖੁਸ਼ੀ ਨਾਲ ਉੱਠ ਕੇ ਖਲੋ ਗਏ, ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ। ਨਾਸਾ ਫੁਰ ਕਾਏ ਖੁਰ ਅਵਨੀ ਹਨੇਸੀਆ। ਜਿਵੇਂ ਮਹਿੰਡਾ ਨਾਸਾਂ ਫੁਰਕਾਉਂਦਾ ਹੁੰਦਾ ਹੈ, ਇੱਦਾਂ ਭਾਈ ਮਰਦਾਨਾ ਜੀ ਮਹਿੰਡੇ ਦੇ ਰੂਪ ਵਿੱਚ ਨਾਸਾਂ ਫੁਰਕਾਉਂਦੇ ਤੇ ਪੈਰ ਜਿਹੜਾ ਖੁਰ ਸੀ ਉਹ ਜ਼ਮੀਨ ਤੇ ਮਾਰਦੇ, ਇਹ ਦੱਸਣ ਵਾਸਤੇ ਕਿ ਗਰੀਬ ਨਵਾਜ ਸਤਿਗੁਰੂ ਜੀ ਮੈਂ ਇੱਥੇ ਆ, ਮੈਨੂੰ ਛੁਡਾ ਲਓ। ਪੈ ਪੈ ਪਰਨੇ ਮੁਖ ਔਰ ਨਾ ਚਲੇ ਹੈ ਬਸ। ਮੁਖ ਤੋਂ ਜਿਵੇਂ ਭੇਡੂ ਬੋਲਦਾ ਹੁੰਦਾ ਇਉਂ ਬੋਲਦੇ ਹਨ, ਹੋਰ ਕੁਝ ਕਹਿ ਨਹੀਂ ਸਕਦੇ, ਵਸ ਨਹੀਂ ਚੱਲਦਾ ਹੋਰ ਕੁਝ ਬੋਲਣ ਨੂੰ। ਜੋ ਭੈਂ ਭੈਂ ਬੋਲਦੇ ਨੇ ਏਦਾਂ ਮੁਖੋਂ ਕਹਿੰਦੇ ਹਨ। ਦੇਖ ਦ੍ਰਿਗ ਬਿਗਸਤ ਬਦਨ ਕੁਸੇਸੀਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਭਾਈ ਮਰਦਾਨਾ ਜੀ, ਔਰ ਉਹਨਾਂ ਦਾ ਅੰਦਰ ਹਿਰਦਾ ਤੇ ਚਿਹਰਾ ਖਿੜ ਗਿਆ ਜਿਵੇਂ ਕਮਲ ਦਾ ਫੁੱਲ ਖਿੜਦਾ ਹੁੰਦਾ ਹੈ। ਗਏ ਤਿਸ ਆਲੇ ਦਿਆਲਦਾਰ ਠਾਂਡੇ ਪਏ। ਦਿਆਲੂ ਸਤਿਗੁਰੂ ਜੀ ਉਸੇ ਘਰ ਦੇ ਦਰਵਾਜ਼ੇ ਦੇ ਉੱਤੇ ਆਣ ਕੇ ਖਲੋ ਗਏ ਨੇ। ਸੁੰਦਰ ਸਰੀਰ ਚੀਰ ਸਜੇ ਸ਼ੁਭ ਬੇਸੀਆ। ਬੜਾ ਸੋਹਣਾ ਸਵਰੂਪ ਹੈ ਸਤਿਗੁਰਾਂ ਦਾ, ਸਰੀਰ ਤੇ ਸੋਹਣੇ ਬਸਤਰ ਧਾਰਨ ਕੀਤੇ ਹੋਏ ਹਨ।
ਕਾਮਨੀ ਜੋ ਕਾਮ ਰਤ ਭੋਖ ਅਭਿਲਾਖ ਉਰ। ਉੱਥੇ ਅੱਗੇ ਇਸਤਰੀਆਂ ਬੈਠੀਆਂ ਹੋਈਆਂ ਉਹੀ ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਸਰੀਰ ਤੇ ਧਾਰਨ ਕੀਤੇ ਹੋਏ ਤੇ ਕਾਮ ਦੀ ਰਤ ਆਪਣੇ ਹਿਰਦੇ 'ਚ ਧਾਰਨ ਕਰਕੇ ਵਿਭਚਾਰੀ ਬਿਰਤੀ ਦੇ ਸਹਿਤ ਬੈਠੀਆਂ ਹੋਈਆਂ ਨੇ। ਸੋਹਣੇ ਹਾਰ ਸ਼ਿੰਗਾਰ ਸਰੀਰ ਤੇ ਕੀਤੇ ਹੋਏ ਨੇ। ਹੀਰ ਕਰ ਤਾਮਦਾਰ ਚਾਮਲੀ ਅਪਾਰਈ। ਔਰ ਕਹਿੰਦੇ ਜਦੋਂ ਸਤਿਗੁਰੂ ਜੀ ਨੂੰ ਆ ਕੇ ਵੇਖਿਆ ਨਾ ਦਰਾਂ ਤੇ ਮੂਹਰੇ ਖਲੋਤਿਆਂ ਨਾਲ ਭਾਈ ਬਾਲਾ ਜੀ ਵੀ ਖੜੇ ਐ, ਉਹ ਜਿਹੜੀਆਂ ਇਸਤਰੀਆਂ ਸਨ ਹੋਰ ਚਾਂਬਲ ਗਈਆਂ ਵੀ ਇਹ ਤਾਂ ਗੱਲ ਬਣ ਗਈ, ਪਹਿਲਾਂ ਇੱਕ ਬੰਦਾ ਆਇਆ ਸੀ, ਦੋ ਹੋਰ ਆ ਗਏ ਨੇ। ਉਹ ਬੜੀਆਂ ਚਾਂਬਲੀਆਂ ਜੀਆਂ ਹੋਈਆਂ, ਚੰਚਲਤਾਈ ਨਾਲ ਅੱਗੇ ਵਧੀਆਂ ਹਨ। ਹੋਤੀ ਚਾਰ ਬੈਠੀ ਤਾਹਾਂ ਦੋਏ ਉੱਠ ਦੌੜ ਆਈ। ਉਹ ਚਾਰ ਇਸਤਰੀਆਂ ਬੈਠੀਆਂ ਸੀ, ਉਹਨਾਂ ਚਾਰਾਂ ਵਿੱਚੋਂ ਦੋ ਦੌੜ ਕੇ ਆਈਆਂ ਸਤਿਗੁਰੂ ਜੀ ਵੱਲ। ਤੰਤ ਲੀਏ ਹਾਥ ਮੰਤ ਮੁਖ ਤੇ ਉਚਾਰਈ। ਹੱਥਾਂ ਵਿੱਚ ਉਹਨਾਂ ਨੇ ਰੱਸੀਆਂ ਜੀਆਂ ਫੜੀਆਂ ਹੋਈਆਂ ਨੇ ਔਰ ਆਪਣੇ ਮੂੰਹੋਂ ਮੰਤਰ ਪੜ੍ਹਦੀਆਂ ਆਉਂਦੀਆਂ। ਹੱਥਾਂ ਵਿੱਚ ਰੱਸੀਆਂ ਫੜੀਆਂ ਤੇ ਮੂੰਹ ਤੋਂ ਮੰਤਰ ਪੜ੍ਹਦੀਆਂ ਆ ਰਹੀਆਂ ਹਨ। ਲੋਚਨ ਨਚਾਏ ਹਾਵ ਭਾਵ ਦਿਖ ਰਾਏ ਕਰ। ਔਰ ਅੱਖਾਂ ਜਿਹੜੀਆਂ ਨੇ ਆਪਣੀਆਂ ਬੜੀਆਂ ਚੰਚਲ ਜੀਆਂ ਕਰਕੇ ਕਈ ਤਰ੍ਹਾਂ ਦੇ ਹਾਵ ਭਾਵ ਵਿਖਾਉਂਦੀਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਵੱਲ ਵੱਧ ਰਹੀਆਂ ਹਨ। ਮੁਖ ਮੁਸਕਾਏ ਔਰ ਹਰਖ ਸੁਤਾਰਹੀ। ਔਰ ਮੂੰਹੋਂ ਮੁਸਕਰਾਉਂਦੀਆਂ ਨੇ ਤੇ ਹਿਰਦੇ 'ਚ ਬੜੀਆਂ ਖੁਸ਼ ਹੁੰਦੀਆਂ ਹਨ। ਮੇਰੇ ਘਰ ਤੰਤ ਜਬ ਡਾਰ ਲੱਗੀ ਹੈ ਇੱਕ। ਭਾਈ ਬਾਲਾ ਜੀ ਕਹਿੰਦੇ ਉਹਨਾਂ ਇਸਤਰੀਆਂ ਵਿੱਚੋਂ ਇੱਕ ਇਸਤਰੀ, ਇੱਕ ਉਹਦੇ ਹੱਥ 'ਚ ਜਿਹੜੀ ਫੜੀ ਹੋਈ ਤੰਤ ਧਾਗਾ ਸੀ, ਰੱਸੀ ਸੀ, ਉਹ ਮੇਰੇ ਗਲ ਵਿੱਚ ਪਾਉਣ ਲੱਗੀ ਜਦੋਂ। ਭਾਈ ਤਤ ਕਾਲ ਮਿੰਡੀ ਕੁਲ ਟਾਕੋ ਨਾ ਰਹੀ। ਕਹਿੰਦੇ ਉਸੇ ਵੇਲੇ ਉਹ ਭੇਡ ਦਾ ਰੂਪ ਬਣ ਗਈ। ਮਹਾਰਾਜ ਜੀ ਨੇ ਵੇਖਿਆ ਨਾ ਜਦੋਂ ਉਹਦੇ ਵੱਲ, ਭਾਈ ਬਾਲੇ ਦੇ ਗਲ ਵਿੱਚ ਰੱਸੀ ਪਾ ਕੇ ਭਾਈ ਬਾਲੇ ਨੂੰ ਮਹਿੰਡਾ ਬਣਾਉਣਾ ਚਾਹੁੰਦੀ ਸੀ। ਗਰੀਬ ਨਵਾਜ ਪਾਤਸ਼ਾਹ ਨੇ ਉਹਦਾ ਮੰਤਰ ਉਹਦੇ ਤੇ ਉਲਟਾ ਪਾ ਦਿੱਤਾ। ਉਹਦੀ ਜਿਹੜੀ ਮੰਤਰ ਜੰਤਰ ਦੀ ਸ਼ਕਤੀ ਸੀ ਉਲਟ ਕੇ ਉਸੇ ਤੇ ਹੀ ਪਾ ਦਿੱਤੀ। ਉਹ ਭੇਡ ਦਾ ਰੂਪ ਹੋ ਕੇ ਉੱਥੇ ਹੀ ਜ਼ਮੀਨ ਤੇ ਡਿੱਗ ਪਈ। ਸਵਈਆ ਦੂਸਰੀ ਦੌਰ ਗਈ ਦੇਸ਼ ਸ਼੍ਰੀ ਗੁਰ। ਸੋ ਉਕ ਸੀ ਤੰਤ ਪਾਵਨ ਹੇਤੂ। ਉਹਨੂੰ ਭੇਡ ਬਣਿਆ ਵੇਖ ਕੇ ਜਿਹੜੀ ਦੂਜੀ ਇਸਤਰੀ ਸੀ ਉਹ ਭੱਜ ਕੇ ਸਤਿਗੁਰਾਂ ਵੱਲ ਵਧੀ। ਬੜੀ ਤੇਜ਼ੀ ਦੇ ਨਾਲ ਕਾਹਲੀ ਨਾਲ ਧਾਗਾ ਪਾਉਣ ਵਾਸਤੇ ਸਤਿਗੁਰਾਂ ਦੇ ਕੰਠ ਵਿੱਚ ਉਛਲ ਕੇ ਆਈ। ਹੋਏ ਗਈ ਸ਼ਰਮਾ ਤਨ ਤੂਰਨ। ਪੂਰਨ ਕੀ ਅਵਗਿਆ ਦੁਖ ਦੇ ਤੂ। ਕਹਿੰਦੇ ਉਹ ਕੁਲਟਾ ਨਾਰ ਜਿਹੜੀ ਸੀ, ਮਹਾਰਾਜ ਜੀ ਨੇ ਜਦੋਂ ਉਹਦੇ ਵੱਲ ਤੱਕਿਆ ਤੇ ਉਸੇ ਵਕਤ ਉਹਦਾ ਮੰਤਰ ਉਸੇ ਤੇ ਉਲਟਾ ਪਿਆ ਤੇ ਇੱਕ ਕੁੱਤੀ ਦਾ ਰੂਪ ਬਣ ਕੇ ਜ਼ਮੀਨ ਤੇ ਫਿਰਨ ਲੱਗ ਪਈ। ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਵੱਗਿਆ ਦਾ ਫਲ ਕੁਦਰਤ ਨੇ ਉਹਨੂੰ ਦਿੱਤਾ। ਪੂਰਨ ਸਤਿਗੁਰਾਂ ਦੀ ਅਵੱਗਿਆ ਦਾ ਫਲ ਕੁਦਰਤ ਨੇ ਹੀ ਉਹਨੂੰ ਦੇ ਦਿੱਤਾ। ਉਹ ਕੁੱਤੀ ਦਾ ਰੂਪ ਬਣ ਕੇ ਉੱਥੇ ਫਿਰਨ ਲੱਗੀ। ਔਰ ਹੋਤੀ ਡਾਰ ਧਾਰ ਰਿਦੇ ਪਿਖ ਭਾਜ ਬਰੀ ਤਤ ਕਾਲ ਨਿਕੇਤੂ। ਉੱਥੇ ਜਿਹੜੀਆਂ ਹੋਰ ਦੋ ਇਸਤਰੀਆਂ ਬੈਠੀਆਂ ਸੀ ਉਹ ਵੇਖ ਕੇ ਡਰ ਗਈਆਂ ਵੀ ਇਹ ਤਾਂ ਪਤਾ ਨਹੀਂ ਕੌਣ ਆ ਗਿਆ, ਇਹ ਤਾਂ ਸਾਨੂੰ ਹੀ ਸਾਡੇ ਹੀ ਰੂਪ ਪਲਟਾਈ ਜਾਂਦਾ। ਉਹ ਭੱਜ ਕੇ ਆਪਣੇ ਅੰਦਰ ਵੜਨ ਲੱਗੀਆਂ ਬੜੀ ਤੇਜ਼ੀ ਨਾਲ, ਕਾਹਲੀ ਨਾਲ, ਡਰ ਕੇ। ਮੇਖ ਕੇ ਸੰਗ ਬਦਿਓ ਫੋਰ ਕਹਿਬੋ। ਸ਼੍ਰੀ ਗੁਰ ਕੋ ਨਿਜ ਦੇਵਨ ਪੇਤੂ। ਉਹ ਤਾਂ ਭੱਜ ਕੇ ਅੰਦਰ ਚਲੀਆਂ ਗਈਆਂ ਤੇ ਭਾਈ ਮਰਦਾਨਾ ਜੀ ਰੱਸੀ ਨਾਲ ਬੱਧੇ ਫੁਰਕਾਈ ਜਾਣ, ਪੈਰਾਂ ਦੇ ਨਾਲ ਖੁਰ ਮਾਰੀ ਜਾਣ, ਮਹਾਰਾਜ ਮੈਂ ਇੱਧਰ ਆਂ ਵੀ ਮੈਨੂੰ ਵੀ ਬਚਾਓ, ਮੇਰੇ ਵੱਲ ਵੀ ਧਿਆਨ ਦਿਓ। ਭਾਈ ਮਰਦਾਨੇ ਨੇ ਇਉਂ ਜਾਪੇ ਵੀ ਸ਼ਾਇਦ ਮੇਰਾ ਪਤਾ ਹੀ ਨਹੀਂ ਲੱਗਾ ਸਤਿਗੁਰਾਂ ਨੂੰ। ਉਹ ਫੁਰਰਾ ਕੇ ਤੇ ਪੈਰ ਦਾ ਖੁਰ ਜ਼ਮੀਨ ਤੇ ਮਾਰਨ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਮਰਦਾਨਿਆ, ਸਾਨੂੰ ਪਤਾ ਤੂੰ ਹੈ, ਆ ਗਏ ਆ ਅਸੀਂ। ਮਹਾਰਾਜ ਜੀ ਕਦੋਂ ਆਓਗੇ, ਬਚਾਓ ਹੁਣ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਏਦਾਂ ਮਨ ਹੀ ਮਨ ਬੇਨਤੀਆਂ ਕਰਦੇ। ਕਬਿਤ ਬੋਲੇ ਤਬ ਨਾਨਕ ਜੀ ਜਾਓ ਅਬ ਬਾਲਾ ਤੁਮ। ਸਤਿਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਕੀਤਾ, ਭਾਈ ਬਾਲਾ ਜੀ ਤੁਸੀਂ ਜਾਓ। ਕੰਠ ਮਰਦਾਨੇ ਕੇ ਤੇ ਤੋਰ ਡਾਰੂ ਬੰਦਨਾ। ਜਿਹੜੀ ਰੱਸੀ ਭਾਈ ਮਰਦਾਨੇ ਦੇ ਗਲ 'ਚ ਪਾ ਕੇ ਉਹਨੂੰ ਬੰਨਿਆ ਨਾ ਕਿੱਲੇ ਦੇ ਨਾਲ, ਕਿੱਲੀ ਦੇ ਨਾਲ, ਉਹ ਰੱਸੀ ਵਾਹਿਗੁਰੂ ਕਹਿ ਕੇ ਉਹਦੇ ਗਲ ਵਿੱਚੋਂ ਤੋੜ ਦਿਓ।
ਉਹ ਰੱਸੀ ਵਾਹਿਗੁਰੂ ਕਹਿ ਕੇ ਗਲ ਚੋਂ ਕੰਠ ਚੋਂ ਛੁਡਾ ਦਿਓ। ਆਇਸ ਕੋ ਪਾਏ ਤਾਤ ਕਾਲ ਟਿਗ ਜਾਏ ਕਰ। ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਭਾਈ ਬਾਲਾ ਜੀ ਝਟ ਗਏ ਔਰ ਉਸੇ ਵਕਤ ਭਾਈ ਮਰਦਾਨਾ ਜੀ ਦੇ ਪਾਸ ਜਾ ਕੇ ਉਹਨਾਂ ਦੇ ਕੰਠ ਵਿੱਚ ਪਾਈ ਹੋਈ ਜਿਹੜੀ ਉਹ ਰੱਸੀ ਸੀ, ਵਾਹਿਗੁਰੂ ਕਹਿ ਕੇ ਆਪਣੇ ਹੱਥ ਨਾਲ ਖੋਲੀ ਹੈ। ਕੰਠ ਜੇਉ ਤੰਤ ਸੋ ਕੀਨੋ ਹੈ ਨਿਕੰਦਨਾ। ਉਹ ਗਲ 'ਚ ਪਾਈ ਰੱਸੀ ਭਾਈ ਬਨਦਾਰਨੇ ਦੇ ਭਾਈ ਬਾਲਾ ਜੀ ਨੇ ਖੋਲ ਦਿੱਤੀ। ਮਾਨਵ ਕੀ ਦੇਹ ਪਾਈ ਫੇਰ ਮਰਦਾਨੇ ਹੂੰ ਕੀ। ਭਾਈ ਮਰਦਾਨਾ ਜੀ ਆਪਣੇ ਪਹਿਲੇ ਸਵਰੂਪ ਵਿੱਚ ਆਪਣੇ ਆਪ ਨੂੰ ਅਨੁਭਵ ਕਰਨ ਲੱਗ ਪਏ। ਫਿਰ ਉਸੇ ਤਰ੍ਹਾਂ ਦਾ ਉਹਨਾਂ ਦਾ ਪਹਿਲਾ ਸਵਰੂਪ ਬਣ ਗਿਆ, ਬੜੇ ਖੁਸ਼ ਹੋਏ। ਆਏ ਗੁਰ ਪੂਰਨ ਕੋ ਕੀਨ ਤਬ ਬੰਦਨਾ। ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਣ ਕੇ ਭਾਈ ਮਰਦਾਨਾ ਜੀ ਨੇ ਸੀਸ ਝੁਕਾ ਕੇ ਬੰਦਨਾ ਕੀਤੀ। ਮਹਾਰਾਜ ਨਮਸਕਾਰ ਹੈ, ਬੜੀ ਕਿਰਪਾ ਕੀਤੀ ਹੈ, ਸਤਿਗੁਰੂ ਜੀ ਬਚਾ ਲਿਆ ਹੈ। ਇਹਨਾਂ ਕੁਲਟਾ ਇਸਤਰੀਆਂ ਦੇ ਕੋਲੋਂ, ਕੁਲੱਖਣੀਆਂ ਦੇ ਕੋਲੋਂ ਆਪ ਜੀ ਨੇ ਬਚਾ ਲਿਆ ਹੈ। ਮਹਾਰਾਜ ਜੀ ਦੇ ਚਰਨਾਂ ਤੇ ਭਾਈ ਮਰਦਾਨਾ ਜੀ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਵੱਡੀ ਜੋ ਬਲਾਈ ਤਿੰਨ ਮਾਏ ਲੀਏ ਬਿਹਰਤ। ਮਹਾਰਾਜ ਇਹ ਤਾਂ ਬੜੀਆਂ ਭੈੜੀਆਂ ਬਲਾਵਾਂ ਸਨ, ਮੈਂ ਤਾਂ ਇਹਨਾਂ ਬਲਾਵਾਂ ਦੇ ਕਾਬੂ ਆ ਗਿਆ ਸੀ। ਸੂਦੋ ਮਨ ਮੇਰੋ ਹੋ ਸੋ ਜਾਨੋ ਚੰਦ ਬੰਦਨਾ। ਮਹਾਰਾਜ ਮੇਰਾ ਮਨ ਤਾਂ ਸਿੱਧਾ ਸਾਦਾ, ਮੈਂ ਤਾਂ ਜਾਣਦਾ ਨਹੀਂ ਸੀ ਛਲ ਵਾਲੇ ਹੋ ਜੇ ਜਿਹੋ ਜੀਆਂ ਇਹ ਕਰਦੀਆਂ ਸਨ। ਮੇਰਾ ਸਿੱਧਾ ਸਰਲ ਮਨ ਸੀ, ਮੈਂ ਤਾਂ ਆਪਣੇ ਸਰਲ ਮਨ ਨਾਲ ਇਹਨਾਂ ਦੇ ਪਾਸ ਆਇਆ ਸੀ। ਇਹਨਾਂ ਦੇ ਛੰਦ ਬੰਦ ਯਾਨੀ ਕਿ ਇਹਨਾਂ ਦੇ ਜਿਹੜੇ ਆ ਹਾਵ ਭਾਵ ਚੰਚਲਤਾਈ ਵਾਲੇ ਮੈਂ ਸਮਝ ਨਹੀਂ ਸਕਿਆ। ਨਾਨਕ ਬਖਾਨਾ ਸੁਨ ਕਾਨ ਮਰਦਾਨਾ। ਜਦੋਂ ਭਾਈ ਮਰਦਾਨੇ ਨੇ ਉਹ ਬੇਨਤੀ ਕੀਤੀ, ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਸੁਣੋ। ਨਹਿ ਬੈਨ ਮਮ ਮਨ ਤੁਮ ਕਰੀ ਮਨ ਪਾਈਆ। ਮਹਾਰਾਜ ਜੀ ਕਹਿੰਦੇ ਅਸੀਂ ਤੈਨੂੰ ਰੋਕਿਆ ਸੀ ਮਰਦਾਨਿਆ, ਪਰ ਤੂੰ ਸਾਡਾ ਬਚਨ ਨਹੀਂ ਮੰਨਿਆ। ਤੂੰ ਆਪਣੀ ਮਨ ਭਾਉਂਦੀ ਕੀਤੀ, ਅਸੀਂ ਤਾਂ ਤੈਨੂੰ 2 ਵਾਰੀ ਰੋਕਿਆ, ਪਰ ਤੂੰ ਆਪਣੀ ਮਨ ਭਾਉਂਦੀ ਕਰਕੇ ਇੱਥੇ ਆਇਆ ਹੈ। ਪਨਤ ਪਰਸ ਪਰ ਐਸੇ ਹੀ ਬਚਨ ਗੁਰ ਤਾਏ। ਇਦਾਂ ਸਤਿਗੁਰੂ ਜੀ ਇਹ ਗੱਲਾਂ ਬਾਤਾਂ ਉੱਥੇ ਖਲੋਤੇ ਕਰ ਰਹੇ ਨੇ ਭਾਈ ਮਰਦਾਨੇ ਨਾਲ। ਕਾਲ ਵਿਖੇ ਕੰਤ ਅੰਗਨਾ ਕੇ ਆਈਆ। ਇੰਨੇ ਨੂੰ ਜਿਹੜੀਆਂ ਇਸਤਰੀਆਂ ਸੀ ਉਹਨਾਂ ਦੇ ਪਤੀ ਘਰ ਆ ਗਏ, ਉਹ ਕਿਤੇ ਬਾਹਰ ਸਨ। ਉਹ ਇੰਨੇ ਨੂੰ ਘਰ ਆ ਗਏ। ਸਤਿਗੁਰੂ ਜੀ ਹਾਲੇ ਬਚਨ ਬਿਲਾਸ ਕਰ ਹੀ ਰਹੇ ਸਨ ਭਾਈ ਮਰਦਾਨੇ ਨਾਲ ਕਿ ਇੰਨੇ ਨੂੰ ਉਹਨਾਂ ਇਸਤਰੀਆਂ ਦੇ ਜਿਹੜੇ ਪਤੀ ਸਨ ਉਹ ਘਰ ਪਹੁੰਚੇ ਹਨ। ਦੌਰ ਕਰ ਕੂਕਰੀ ਉਹ ਮੀਂਡੀ ਗਈ ਪਤੀ ਪਾਸ। ਹੁਣ ਉਹ ਜਿਹੜੀ ਕੁੱਤੀ ਬਣੀ ਹੋਈ ਤੇ ਇੱਕ ਭੇਡ ਬਣੀ ਹੋਈ, ਉਹਨਾਂ ਨੇ ਜਦੋਂ ਵੇਖਿਆ ਵੀ ਸਾਡੇ ਪਤੀ ਆ ਗਏ ਨੇ, ਉਹ ਭੱਜ ਕੇ ਉਹਨਾਂ ਦੇ ਕੋਲ ਗਈਆਂ। ਗੁਰੂ ਦਿਸ਼ ਹੋਏ ਬਾਰ ਬਾਰ ਤਾਂ ਬਤਾਈਆ। ਉਹ ਇਸ਼ਾਰਾ ਕਰ ਕਰਕੇ ਨਾ ਸਤਿਗੁਰਾਂ ਵਾਲੇ ਪਾਸੇ ਤੇ ਆਪਣੇ ਪਤੀਆਂ ਨੂੰ ਦੱਸਦੀਆਂ ਨੇ ਵੀ ਸਾਡੀ ਹਾਲਤ ਇਹਨਾਂ ਨੇ ਕੀਤੀ ਹੈ, ਅਸੀਂ ਇਸ ਦਸ਼ਾ ਨੂੰ ਇਹਨਾਂ ਕਰਕੇ ਪ੍ਰਾਪਤ ਹੋਏ ਆ, ਇਹਨਾਂ ਅੱਗੇ ਬੇਨਤੀ ਕਰੋ ਸਾਨੂੰ ਛੁਡਾਓ। ਇਦਾਂ ਉਹ ਦੋਵੇਂ ਆਪਣੇ ਪਤੀਆਂ ਨੂੰ ਬੇਨਤੀਆਂ ਕਰਦੀਆਂ ਨੇ ਔਰ ਗੁਰੂ ਸਾਹਿਬ ਜੀ ਵੱਲ ਇਸ਼ਾਰਾ ਕਰ ਕਰਕੇ ਦੱਸਦੀਆਂ ਹਨ। ਬੋਲਣ ਸ਼ਕਤ ਨਹੀਂ ਇਤੇ ਉਤ ਦੋਰੀ ਫਿਰੇ। ਬੋਲਣ ਦੀ ਸ਼ਕਤੀ ਨਹੀਂ, ਉਹ ਬੋਲ ਨਹੀਂ ਸਕਦੀਆਂ ਤੇ ਇੱਧਰ ਉੱਧਰ ਦੌੜੀਆਂ ਫਿਰਦੀਆਂ ਨੇ। ਇੱਕ ਕੂਕਰੀ ਬਣੀ ਹੋਈ ਹੈ ਤੇ ਇੱਕ ਭੇਡ ਬਣੀ ਹੋਈ, ਉਹ ਦੌੜੀਆਂ ਫਿਰਦੀਆਂ ਵਿਹੜੇ ਵਿੱਚ। ਲਾਂਗੁਲ ਹਿਲਾਏ ਫੁਰ ਰਾਏ ਸਮਝਾਈਆ। ਜਿਹੜੀ ਭੇਡ ਬਣੀ ਹੋਈ ਆ ਉਹ ਫੁਰਕਾ ਕੇ ਮੂੰਹੋਂ ਬੋਲ ਕੇ ਇਸ਼ਾਰਾ ਕਰਦੀ ਹੈ, ਤੇ ਜਿਹੜੀ ਕੂਕਰੀ ਬਣੀ ਹੋਈ ਆ ਸਰਮਾ ਬਣੀ ਹੋਈ ਹੈ, ਸਰਮਾ ਵੀ ਕੁੱਤੀ ਨੂੰ ਕਹਿ ਦਿੰਦੇ ਹਨ, ਕਹਿੰਦੇ ਉਹ ਆਪਣੀ ਪੂੰਛ ਹਿਲਾ ਹਿਲਾ ਕੇ ਦੱਸਦੀ ਆ ਇਸ਼ਾਰਾ ਕਰਕੇ। ਤੀਆ ਨਿਜ ਦੇਖ ਕਰ ਚਿੰਤ ਮੈਂ ਵਿਸ਼ੇਖ ਪਏ। ਉਹਨਾਂ ਦੇ ਪਤੀਆਂ ਨੇ ਜਦੋਂ ਆਪਣੀਆਂ ਘਰ ਵਾਲੀਆਂ ਦੀ ਹਾਲਤ ਵੇਖੀ ਤੇ ਵੇਖ ਕੇ ਬੜੇ ਫਿਕਰਮੰਦ ਹੋਏ, ਬਹੁਤ ਜ਼ਿਆਦਾ ਚਿੰਤਤ ਹੋਏ। ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਉਹਨਾਂ ਨੇ ਵੇਖਿਆ ਤੇ ਜਾਣਿਆ ਵੀ ਇਹ ਕੋਈ ਕਲਾਵਾਨ ਸੰਤ ਨੇ, ਮਹਾਂਪੁਰਸ਼ ਨੇ ਜਿਹੜੇ ਇੱਥੇ ਆਏ ਨੇ। ਇਹਨਾਂ ਨੇ ਆਮ ਸਧਾਰਨ ਬੰਦੇ ਸਮਝ ਕੇ ਉਹਨਾਂ ਤੇ ਆਪਣਾ ਟੋਟਕਾ ਚਲਾਣਾ ਚਾਹਿਆ, ਜਾਦੂ ਮੰਤਰ, ਉਹ ਉਲਟਾ ਇਹਨਾਂ ਤੇ ਹੀ ਚੱਲ ਗਿਆ। ਮਹਾਂਪੁਰਸ਼ਾਂ ਦੀ ਬੇਅਦਬੀ, ਮਹਾਂਪੁਰਸ਼ਾਂ ਦਾ ਅਪਮਾਨ ਕਰਨ ਵਾਸਤੇ ਗਈਆਂ ਹੋਣੀਆਂ ਨੇ।
ਇਸੇ ਕਰਕੇ ਇਹਨਾਂ ਨੂੰ ਇਹ ਫਲ ਮਿਲਿਆ। ਉਹਨਾਂ ਨੇ ਉਸੇ ਵੇਲੇ ਗੱਲ ਸਮਝ ਲਈ। ਟਾਮਨ ਹੈ ਕੀਨੋ ਇਨ ਭਇਓ ਵਿਪਰੀਤ। ਇਹਨਾਂ ਨੇ ਟੂਣਾ ਕੀਤਾ ਹੋਣਾ ਗੁਰੂ ਸਾਹਿਬ ਤੇ, ਆ ਜਿਹੜੇ ਮਹਾਂਪੁਰਸ਼ ਆਏ ਨੇ ਇਹਨਾਂ ਤੇ ਕੀਤਾ ਹੋਣਾ। ਉਹ ਜਿਹੜਾ ਟੂਣਾ ਜਾਦੂ ਉਲਟਾ ਇਹਨਾਂ ਦੇ ਉੱਤੇ ਹੀ ਚੱਲ ਪਿਆ। ਸੋ ਕੁਕਰੀ ਓ ਮੀਡੀ ਬਨ ਮਨ ਦੁੱਖ ਪਾਇਆ। ਹੁਣ ਇਹ ਕੂਕਰੀ ਤੇ ਮਹਿੰਦੀ ਬਣੀ ਹੋਈ ਇੱਥੇ ਦੁੱਖ ਪਾ ਰਹੀਆਂ ਹਨ। ਚਲੇ ਨਹਿ ਜਾਏ ਇਸ ਬਿਦ ਕੀ ਬਣਾਏ ਅਬ। ਹੁਣ ਕਿਤੇ ਐਸਾ ਨਾ ਹੋਵੇ ਮਹਾਂਪੁਰਸ਼ ਤਾਂ ਸਾਧੂ ਤਾਂ ਟੁਰਦੇ ਫਿਰਦੇ ਰਹਿੰਦੇ ਆ, ਕਿਤੇ ਚਲੇ ਹੀ ਨਾ ਜਾਣ, ਇਹ ਇਸੇ ਤਰ੍ਹਾਂ ਬਣੀਆਂ ਰਹਿ ਜਾਣ। ਮੁੜ ਕੇ ਤਾਂ ਇਹਨਾਂ ਨੂੰ ਕਿਸੇ ਨੇ ਇਹਨਾਂ ਦੇ ਸਰੂਪ 'ਚ ਵਾਪਸ ਨਹੀਂ ਲਿਆਉਣਾ। ਕਿਤੇ ਮਹਾਂਪੁਰਸ਼ ਇਹਨਾਂ ਨੂੰ ਇਸੇ ਤਰ੍ਹਾਂ ਬਣਾ ਕੇ ਚਲੇ ਨਾ ਜਾਣ। ਕੀਨੀ ਖਤਾ ਜੋ ਲੈ ਜਾਂ ਤੇ ਬਖਸ਼ਾਈਆ। ਸੋਚਦੇ ਆ ਵੀ ਇਹਨਾਂ ਨੇ ਭੁੱਲ ਕੀਤੀ ਆ, ਸਾਡੀਆਂ ਘਰ ਵਾਲੀਆਂ ਨੇ ਗੁਨਾਹ ਕੀਤਾ ਹੈ, ਔਰ ਇਹਨਾਂ ਮਹਾਂਪੁਰਸ਼ਾਂ ਦੇ ਕੋਲ ਹੱਥ ਜੋੜ ਕੇ ਇਹਨਾਂ ਦੀ ਭੁੱਲ ਬਖਸ਼ਾ ਲਈਏ, ਕਿਉਂਕਿ ਮਹਾਂਪੁਰਸ਼ ਹਮੇਸ਼ਾ ਭੁੱਲ ਬਖਸ਼ਣ ਦੇ ਵਿੱਚ ਬਖਸ਼ੰਦ ਹੁੰਦੇ ਹਨ। ਦੌਰ ਦੋਨੋਂ ਮੇਰੇ ਹੀ ਚਰਨ ਗਏ ਆਨ ਕਰ। ਹੁਣ ਉਹਨਾਂ ਨੂੰ ਕੀ ਪਤਾ ਸੀ ਵੀ ਇਹਨਾਂ ਵਿੱਚੋਂ ਗੁਰੂ ਨਾਨਕ ਸਾਹਿਬ ਕਿਹੜੇ ਨੇ, ਮਹਾਂਪੁਰਸ਼ ਵੱਡੇ ਸਤਿਗੁਰੂ ਕਿਹੜੇ ਨੇ। ਉਹਨਾਂ ਆਖਿਆ ਵੀ ਸ਼ਾਇਦ ਇਹ ਭਾਈ ਬਾਲਾ ਖੜਾ ਇਹੀ ਮਹਾਂਪੁਰਸ਼ ਹੈ। ਉਹ ਭੱਜ ਕੇ ਭਾਈ ਬਾਲਾ ਜੀ ਦੇ ਚਰਨੀ ਆਣ ਪਈਆਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਸਤਿਗੁਰੂ ਜੀ ਇਹ ਨੇ ਜਿਹੜੇ ਉਹ ਪਤੀ ਸਨ ਉਹਨਾਂ ਦੇ। ਉਹ ਭੱਜ ਕੇ ਭਾਈ ਬਾਲਾ ਜੀ ਕਹਿੰਦੇ ਮੇਰੇ ਚਰਨੀ ਆਣ ਪਏ। ਭਏ ਮਨ ਦੀਨ ਕੀਨੀ ਬੇਨਤੀ ਵਡਾਈਆ। ਉਹ ਮੈਨੂੰ ਹੀ ਆ ਕੇ ਬੇਨਤੀਆਂ ਕਰਨ ਲੱਗ ਪਏ। ਭਾਈ ਬਾਲਾ ਜੀ ਕਹਿੰਦੇ ਮੇਰੀ ਵਡਿਆਈ ਕਰਕੇ ਮੈਨੂੰ ਕਹਿਣ ਲੱਗੇ, ਬਾਨੀ ਮੈਂ ਬਖਾਨੀ ਜਾਉ ਤਾਹੇ ਪਾਸ ਬੰਦ ਪਾਨੀ। ਕਹਿੰਦੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਆਖਿਆ ਭਾਈ ਸਤਿਗੁਰੂ ਜੀ ਇਹ ਨੇ, ਇਹਨਾਂ ਨੂੰ ਨਮਸਕਾਰ ਕਰੋ, ਇਹਨਾਂ ਅੱਗੇ ਬੇਨਤੀ ਕਰੋ, ਇਹ ਕਿਰਪਾ ਕਰਨਗੇ। ਮੈਂ ਤਾਂ ਇਹਨਾਂ ਦਾ ਸੇਵਕ ਹਾਂ, ਮੈਂ ਤਾਂ ਇਹਨਾਂ ਦਾ ਦਾਸ ਹਾਂ। ਜੇ ਬੇਨਤੀ ਕਰਨੀ ਆ ਤਾਂ ਸਤਿਗੁਰੂ ਜੀ ਦੇ ਕੋਲ ਕਰੋ। ਬਖਸ਼ਨਹਾਰ ਸੋ ਖਤਾ ਕੀਨੀ ਜਾਹੇ ਕੀ। ਜਿਨ੍ਹਾਂ ਦੀ ਖਤਾ ਕੀਤੀ ਆ ਉਹੀ ਬਖਸ਼ਣ ਵਾਲੇ ਨੇ। ਜਿਨ੍ਹਾਂ ਨਾਲ ਇਹਨਾਂ ਨੇ ਅਪਰਾਧ ਕਮਾਇਆ ਉਹੀ ਬਖਸ਼ਣ ਵਾਲੇ ਬਖਸ਼ੰਦ ਹਨ। ਇਸ ਕਰਕੇ ਸਤਿਗੁਰਾਂ ਦੇ ਅੱਗੇ ਬੇਨਤੀ ਕਰਕੇ ਬਖਸ਼ਾਓ। ਤਾਏ ਘਰ ਪਾਏ ਗਏ ਜਾਏ ਗੁਰੂ ਨਾਨਕ ਕੇ। ਉਹਨਾਂ ਨੇ ਆ ਕੇ ਭੱਜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਮਹਾਰਾਜ ਜੀ ਦੇ ਚਰਨ ਘੁੱਟ ਕੇ ਮੱਥਾ ਟੇਕਦੇ। ਦੂਰ ਅਬ ਕੀਜੇ ਰਿਸ ਕੀਨੀ ਜੋ ਗੁਨਾਹ ਕੀ। ਕਹਿਣ ਲੱਗੇ ਮਹਾਰਾਜ ਇਹਨਾਂ ਇਸਤਰੀਆਂ ਨੇ ਜਿਹੜਾ ਗੁਨਾਹ ਕੀਤਾ ਹੈ, ਆਪ ਜੀ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਲਓ, ਆਪਣਾ ਗੁੱਸਾ ਛੱਡ ਦਿਓ। ਮਹਾਰਾਜ ਜੇ ਤੁਸੀਂ ਇਹਨਾਂ ਤੇ ਨਾਰਾਜ਼ ਹੋ, ਇਹਨਾਂ ਤੇ ਗੁੱਸੇ ਹੋ, ਤੇ ਕਿਰਪਾ ਕਰਕੇ ਆਪਣਾ ਰੋਸ ਤਿਆਗ ਦਿਓ ਔਰ ਇਹਨਾਂ ਦੇ ਗੁਨਾਹ ਨੂੰ ਬਖਸ਼ ਲਵੋ। ਜੋਖਤਾ ਕੁਚੀਲ ਨੇ ਜਾਣਤ ਹੈ ਸੰਤਸ਼ੀਲ। ਮਹਾਰਾਜ ਜੀ ਇਹ ਮਾੜੇ ਚਾਲ ਚੱਲਣ ਵਾਲੀਆਂ ਇਸਤਰੀਆਂ ਨੇ, ਇਹਨਾਂ ਨੂੰ ਨਹੀਂ ਪਤਾ ਕਿ ਮਹਾਂਪੁਰਸ਼ਾਂ ਸੰਤਾਂ ਦੀ ਕੀ ਮਰਜ਼ਾਦਾ ਹੁੰਦੀ ਹੈ। ਇਹ ਮਹਾਰਾਜ ਜੀ ਇਹ ਤਾਂ ਭੈੜੇ ਚਾਲ ਚੱਲਣ ਵਾਲੀਆਂ ਇਸਤਰੀਆਂ ਸਨ। ਇਹ ਤੁਹਾਡੀ ਮਰਿਆਦਾ ਨੂੰ, ਮਹਾਂਪੁਰਸ਼ਾਂ ਦੀ ਮਰਿਆਦਾ ਨੂੰ ਨਹੀਂ ਸਨ ਜਾਣਦੀਆਂ। ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਮਹਾਰਾਜ ਜੀ ਇਹ ਤਾਂ ਭੁੱਲੀਆਂ ਹੋਈਆਂ ਨੇ, ਮਤ ਕਰਕੇ ਕਮਲੀਆਂ ਹੋਈਆਂ, ਹਮੇਸ਼ਾ ਭੋਗ ਹੀ ਚਾਹੁੰਦੀਆਂ ਹਨ, ਵਿਸ਼ੇ ਵਿਕਾਰਾਂ ਦੇ ਵਿੱਚ ਹੀ ਲੰਪਟ ਰਹਿੰਦੀਆਂ ਹਨ, ਐਸੀਆਂ ਵਿਭਚਾਰਣੀਆਂ ਹਨ। ਕਰਮ ਕਮਾਇਓ ਜਸ ਪਾਇਓ ਫਲ ਇਨੇ ਤਸ। ਇਹਨਾਂ ਨੇ ਜਿਹੋ ਜਿਹਾ ਕਰਮ ਕਮਾਇਆ ਉਹੋ ਜਿਹਾ ਫਲ ਇਹਨਾਂ ਨੂੰ ਮਿਲ ਗਿਆ, ਉਹੋ ਜਿਹਾ ਫਲ ਇਹਨਾਂ ਨੂੰ ਵਿਭਚਾਰਣੀਆਂ ਨੂੰ ਪ੍ਰਾਪਤ ਹੋ ਗਿਆ। ਸਾਦੇ ਉਪਕਾਰੀ ਉਤ ਇੱਛਾ ਨਹਿ ਕਾਹੇ ਕੀ। ਮਹਾਰਾਜ ਜੀ ਆਪ ਜੈਸੇ ਮਹਾਂਪੁਰਖ ਸਾਧੂ ਪਰਉਪਕਾਰੀ ਹੁੰਦੇ ਹਨ। ਆਪ ਜੀ ਨੂੰ ਤਾਂ ਇੱਛਾ ਨਹੀਂ ਹੈ ਕਿਸੇ ਪ੍ਰਕਾਰ ਦੀ ਕਿਸੇ ਕੋਲੋਂ। ਆਪ ਜੀ ਜੈਸੇ ਮਹਾਂਪੁਰਸ਼ ਹਮੇਸ਼ਾ ਹੀ ਪਰਉਪਕਾਰ ਕਰਦੇ ਨੇ। ਮਹਾਰਾਜ ਜੀ ਇਹਨਾਂ ਤੇ ਵੀ ਉਪਕਾਰ ਕਰੋ, ਇਹਨਾਂ ਤੇ ਵੀ ਤਰਸ ਕਰਕੇ ਇਹਨਾਂ ਦਾ ਭਲਾ ਕਰੋ, ਕਲਿਆਣ ਕਰੋ। ਸਵਈਆ ਮੰਦ ਮਤੀ ਮਨ ਮੂਰਖ ਏ ਜਿਨ ਸੰਤਨ ਸੋ ਉਠ ਟਾਮ ਕੀਨਾ। ਮਹਾਰਾਜ ਜੀ ਇਹ ਮਾੜੀ ਮੱਤ ਵਾਲੀਆਂ ਇਸਤਰੀਆਂ ਹਨ, ਜਿਨ੍ਹਾਂ ਨੇ ਆਪ ਜੀ ਜੈਸੇ ਮਹਾਂਪੁਰਸ਼ਾਂ ਤੇ ਵੀ ਟੂਣਾ ਕਰਨਾ ਚਾਹਿਆ। ਆਪ ਜੀ ਜੈਸੇ ਮਹਾਂਪੁਰਸ਼ਾਂ ਦੇ ਉੱਤੇ ਵੀ ਆਪਣੇ ਮੰਤਰ ਤੰਤਰ ਪੜ੍ਹਨੇ ਚਾਹੇ, ਪਰ ਮਹਾਰਾਜ ਇਹਨਾਂ ਦੇ ਪੜ੍ਹੇ ਗਏ ਮੰਤਰ ਜੰਤਰ ਉਲਟੇ ਇਹਨਾਂ ਦੇ ਉੱਤੇ ਹੀ ਆਣ ਪਏ ਹਨ। ਖਾਲਸਾ ਜੀ ਗੁਰੂ ਨਾਨਕ ਦੇ ਸਿੱਖਾਂ ਦੇ ਉੱਤੇ ਵੀ ਜੇ ਕੋਈ ਇਸੇ ਤਰ੍ਹਾਂ ਮੰਤਰ ਜੰਤਰ ਪੜ੍ਹਨਾ ਚਾਹੇ, ਉਲਟ ਕੇ ਤਿਨਾਂ ਤੇ ਹੀ ਪੈਂਦੇ ਨੇ। ਗੁਰੂ ਕੇ ਸਿੱਖ ਨੂੰ ਚਿੰਤਾ ਨਹੀਂ ਕਰਨੀ ਚਾਹੀਏ। ਗੁਰੂ ਕੀ ਬਾਣੀ ਪੜਨ ਵਾਲਾ ਰਹਿਤ ਬਹਿਤ ਚ ਪਰਪੱਕ ਗੁਰਸਿੱਖ ਹੋਵੇ।
ਬਾਣੀ ਦਾ ਬਾਣੇ ਦਾ ਧਾਰਨੀ ਹੋਵੇ, ਰਹਿਤ ਮਰਿਆਦਾ ਦਾ ਧਾਰਨੀ ਹੋਵੇ, ਪੰਜਾਂ ਕੱਕਿਆਂ ਦੀ ਰਹਿਤ ਦੇ ਵਿੱਚ ਪ੍ਰਪੱਕ ਰਹਿੰਦਾ, ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਉਹਦੇ ਤੇ ਦੁਨੀਆ ਦਾ ਕੋਈ ਟੂਣਾ ਕੋਈ ਟਾਮਣ ਨਹੀਂ ਚੱਲਦਾ। ਜਦੋਂ ਕੋਈ ਰਹਿਣੀ ਬਹਿਣੀ 'ਚ ਢਿੱਲਾ ਹੁੰਦਾ ਫਿਰ ਉਹ ਠੋਕਰਾਂ ਖਾਂਦੇ ਫਿਰਦੇ ਆ ਦਰ ਬਦਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਨੇ ਦੋਵੇਂ, ਮਹਾਰਾਜ ਇਹਨਾਂ ਨੇ ਜਿਹੜੇ ਮੰਤਰ ਜੰਤਰ ਪੜ੍ਹ ਕੇ ਤੁਹਾਡੇ ਤੇ ਟੂਣਾ ਕਰਨਾ ਚਾਹਿਆ, ਉਹ ਟੂਣਾ ਉਲਟਾ ਇਹਨਾਂ ਦੇ ਉੱਤੇ ਹੀ ਆਣ ਪਿਆ ਹੈ, ਇਹਨਾਂ ਨੂੰ ਆਪਣੀ ਕਰਨੀ ਦਾ ਫਲ ਮਿਲਿਆ ਹੈ। ਠੋਰ ਕੋ ਠੋਰ ਨਾ ਜਾਣਤ ਹੈ ਨਿਤ, ਆਤੁਰ ਕੇਤੇ ਕਾਮ ਹੋਤੇ ਅਦੀਨਾ। ਮਹਾਰਾਜ ਜੀ ਇਹਨਾਂ ਨੇ ਥਾਂ ਕੁਥਾਂ ਨਹੀਂ ਵੇਖੀ, ਇਹਨਾਂ ਨੇ ਠੌਰ ਕਠੋਰ ਨਹੀਂ ਵੇਖੀ, ਇਹਨਾਂ ਇਹ ਨਹੀਂ ਵੇਖਿਆ ਵੀ ਇਹ ਕੋਈ ਮਹਾਂਪੁਰਸ਼ ਮਹਾਤਮਾ ਨੇ, ਇਹਨਾਂ ਨਾਲ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ। ਮਹਾਰਾਜ ਜੀ ਇਹਨਾਂ ਨੇ ਵੀ ਤੁਹਾਨੂੰ ਆਮ ਸਧਾਰਨ ਬੰਦਿਆਂ ਦੀ ਹਾਲਤ ਦੇ ਵਿੱਚ ਸਮਝ ਲਿਆ ਤੇ ਹਮੇਸ਼ਾ ਭੈੜੀ ਬਿਰਤੀ ਆਪਣੇ ਹਿਰਦੇ 'ਚ ਰੱਖ ਕੇ ਉਸੇ ਭੋਗ ਬਿਰਤੀ ਦੇ ਰਤ ਦੇ ਵਿੱਚ ਅਧੀਨ ਰਹਿੰਦੀਆਂ ਹਨ। ਆਪ ਕਰੋ ਕਰੁਣਾ ਕਰੁਣਾ ਕਰ, ਇਹ ਕਰੁਣਾ ਦੇ ਸਮੁੰਦਰ ਸਤਿਗੁਰੂ, ਇਹਨਾਂ ਤੇ ਹੁਣ ਆਪ ਜੀ ਕਿਰਪਾ ਕਰੋ, ਕਰੁਣਾ ਕਰੋ। ਤੋ ਸ਼ਰਨਾ ਪਰ ਨਾ ਹਮ ਲੀਨਾ। ਮਹਾਰਾਜ ਜੀ ਤੁਹਾਡੇ ਚਰਨਾਂ ਦੀ ਸ਼ਰਨ ਦਾ ਆਸਰਾ ਅਸੀਂ ਲਿਆ ਹੈ, ਗਲਤੀ ਇਹਨਾਂ ਨੇ ਕੀਤੀ ਹੈ, ਮਾਫੀ ਅਸੀਂ ਤੁਹਾਡੇ ਚਰਨਾਂ 'ਚੋਂ ਮੰਗਦੇ ਹਾਂ ਮਹਾਰਾਜ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦਾ ਆਸਰਾ ਲਿਆ ਹੈ। ਮਾਨਵੀ ਦੇਹ ਕਰੋ ਇਨ ਕੀ। ਮਹਾਰਾਜ ਜੀ ਇਹਨਾਂ ਦੀ ਮਾਨਵੀ ਦੇਹ ਬਣ ਜਾਵੇ, ਇਹ ਆਪਣੇ ਪਹਿਲੇ ਸਰੂਪ ਵਿੱਚ ਆ ਜਾਣ, ਐਸੀ ਦਇਆ ਕਰੋ। ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ। ਮਹਾਰਾਜ ਜੀ ਇਹਨਾਂ ਨੇ ਤੁਹਾਡਾ ਅਪਰਾਧ ਕੀਤਾ ਹੈ, ਆਪ ਜੀ ਦਇਆ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਲਵੋ। ਗੁਰ ਨਾਨਕ ਆਨਨ ਬੈਨ ਪਨੇ। ਸੁਣ ਕੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਬੋਲੇ, ਗੁਰ ਸਿੱਖੀ ਮਨਜ਼ੂਰ ਕਰੋ ਮਨ ਮਾਈ। ਮਹਾਰਾਜ ਜੀ ਕਹਿੰਦੇ ਭਾਈ ਗੁਰੂ ਕੀ ਸਿੱਖੀ ਮਨ ਚ ਮਨਜ਼ੂਰ ਕਰੋ, ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦੇਾਂਗੇ ਉਸ ਸਿੱਖਿਆ ਨੂੰ ਆਪਣੇ ਮਨ ਚ ਪਹਿਲਾਂ ਕਬੂਲ ਕਰੋ। ਜਿਹੜਾ ਸਿੱਖਿਆ ਨੂੰ ਕਬੂਲ ਕਰੇਗਾ ਉਹੀ ਸਿੱਖ ਹੁੰਦਾ। ਮਹਾਰਾਜ ਜੀ ਕਹਿੰਦੇ ਗੁਰੂ ਕੀ ਸਿੱਖੀ ਨੂੰ, ਗੁਰੂ ਕੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਕਬੂਲ ਕਰੋ, ਜੋ ਸਿੱਖਿਆ ਅਸੀਂ ਦੇਵਾਂਗੇ ਉਹਨੂੰ ਧਾਰਨ ਕਰੋ। ਧਰਮਸਾਲ ਕਰੋ ਹਰ ਨਾਮ ਰਰੋ। ਏਦਾਂ ਕਰੋ, ਇੱਥੇ ਆਪਣੇ ਨਗਰ ਵਿੱਚ ਇੱਕ ਸੁੰਦਰ ਧਰਮਸ਼ਾਲਾ ਬਣਾਓ। ਗੁਰੂ ਘਰ ਖਾਲਸਾ ਜੀ ਗੁਰਦੁਆਰਾ ਸ਼ਬਦ ਬਾਅਦ ਵਿੱਚ ਪ੍ਰਚਲਿਤ ਹੋਇਆ ਹੈ। ਸਤਿਗੁਰੂ ਜੀ ਦੇ ਵੇਲੇ ਗੁਰਦੁਆਰੇ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਗੁਰਦੁਆਰਾ ਸ਼ਬਦ ਜਿਹੜਾ ਉਹ ਪ੍ਰਗਟ ਹੋਇਆ ਹੈ। ਘਰ ਘਰ ਅੰਦਰ ਧਰਮਸਾਲ ਹੋਆ, ਕੀਰਤਨ ਸਦਾ ਵਸੋਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਲਿਖੇ ਹੈ। ਮਹਾਰਾਜ ਜੀ ਕਹਿੰਦੇ ਭਾਈ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ, ਹਰ ਨਾਮ ਰਰੋ। ਔਰ ਉਸ ਧਰਮਸ਼ਾਲਾ ਵਿੱਚ ਇਕੱਠੇ ਹੋ ਕੇ ਦੋਵੇਂ ਵੇਲੇ ਸੰਗਤ ਕਰੋ, ਹਰੀ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰੋ, ਨਿਰੰਕਾਰ ਦਾ ਸਿਮਰਨ ਕਰੋ, ਜਿਸ ਨੇ ਪੈਦਾ ਕੀਤਾ ਸੰਸਾਰ ਦੇ ਸਾਰੇ ਜੀਆਂ ਨੂੰ, ਜਿਹੜਾ ਸਾਰਿਆਂ ਨੂੰ ਪਾਲ ਰਿਹਾ ਹੈ, ਸਭ ਨੂੰ ਰੋਜੀ ਦੇ ਕੇ ਸਭ ਦੀ ਪਾਲਣਾ ਕਰ ਰਿਹਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ। ਉਰ ਭਾਉ ਤਰੋ ਹਰ ਕੈ ਕ੍ਰਿਤ ਆਈ। ਔਰ ਆ ਜਿਹੜੀਆਂ ਮਾੜੀਆਂ ਭੈੜੀਆਂ ਕਿਰਤਾਂ ਕਰਦੇ ਹੋ, ਕਰਮ ਕਰਦੇ ਹੋ, ਇਹਨੂੰ ਛੱਡੋ। ਇਹਨਾਂ ਨੂੰ ਛੱਡ ਕੇ ਪਰਮੇਸ਼ਰ ਦਾ ਭਜਨ ਕਰਕੇ ਅਕਾਲ ਪੁਰਖ ਦਾ ਡਰ ਰੱਖੋ ਹਿਰਦੇ 'ਚ। ਪਰਮੇਸ਼ਰ ਦਾ ਭੈ ਆਪਣੇ ਹਿਰਦੇ 'ਚ ਰੱਖ ਕੇ ਆ ਮਾੜੇ ਭੈੜੇ ਕਰਮਾਂ ਨੂੰ ਤਿਆਗੋ ਜੋ ਕਰ ਰਹੇ ਹੋ। ਸਿੱਖ ਸੰਤਨ ਸੇਵੋ ਹੋਏ ਪਾਲੋ ਤੁਮ। ਕੋਈ ਮਹਾਂਪੁਰਸ਼ ਆਵੇ ਨਗਰ ਵਿੱਚ, ਕੋਈ ਸਿੱਖ, ਕੋਈ ਸੰਤ, ਕੋਈ ਮਹਾਤਮਾ, ਕੋਈ ਸਾਧੂ ਆਵੇ, ਚੱਲ ਕੇ ਉਹਦੀ ਸੇਵਾ ਕਰਨੀ, ਏਦਾਂ ਉਹਦਾ ਨਿਰਾਦਰ ਨਹੀਂ ਕਰਨਾ ਜਿਵੇਂ ਇਹਨਾਂ ਨੇ ਕੀਤਾ। ਮਹਾਰਾਜ ਜੀ ਕਹਿੰਦੇ ਕੋਈ ਮਹਾਤਮਾ ਆਵੇ ਚੱਲ ਕੇ, ਕੋਈ ਸੰਤ ਆਵੇ, ਕੋਈ ਸਾਧੂ ਆਵੇ, ਉਹਨੂੰ ਘਰ ਆਏ ਨੂੰ, ਭਾਈ ਨਗਰ ਵਿੱਚ ਆਏ ਨੂੰ ਉਹਦੀ ਸੇਵਾ ਕਰਨੀ ਹੈ, ਉਹਦੀ ਟਹਿਲ ਕਰਨੀ, ਭੋਜਨ ਆਦਿਕ ਦੀ ਸੇਵਾ ਕਰਨੀ ਹੈ। ਗਰੀਬ ਪਰੇ ਨਹਿ ਅੰਤਕ ਪਾਈ। ਜੇ ਇਸ ਤਰ੍ਹਾਂ ਕਰੋਗੇ ਜਿਵੇਂ ਅਸੀਂ ਦੱਸਿਆ ਤੇ ਫਿਰ ਅੰਤ ਵੇਲੇ ਤੁਹਾਡੇ ਗਲਾਂ 'ਚ ਜੰਮਾਂ ਦੀ ਫਾਹੀ ਨਹੀਂ ਪਵੇਗੀ, ਤੁਸੀਂ ਜੰਮਾਂ ਦੀ ਫਾਹੀ ਤੋਂ ਮੁਕਤ ਹੋ ਜਾਓਗੇ। ਜੇ ਤੁਸੀਂ ਇਹਨਾਂ ਮਾੜੇ ਭੈੜੇ ਕਰਮਾਂ ਦਾ ਤਿਆਗ ਕਰਕੇ ਜਿਵੇਂ ਅਸੀਂ ਕਹਿ ਰਹੇ ਹਾਂ ਇਹ ਕਰੋਗੇ, ਭਜਨ ਕਰੋਗੇ, ਸੰਗਤ ਕਰੋਗੇ, ਧਰਮਸ਼ਾਲ ਬਣਾ ਕੇ ਵਿੱਚ ਪਰਮੇਸ਼ਰ ਦੀ ਬੰਦਗੀ ਕਰੋਗੇ,
ਤੇ ਫਿਰ ਤੁਹਾਨੂੰ ਇਹੋ ਜੀਆਂ ਜੰਮਾਂ ਦੀਆਂ ਫਾਹੀਆਂ 'ਚ ਨਹੀਂ ਪੈਣਾ ਪਵੇਗਾ। ਸੁਨ ਦੀਨ ਪਾਏ ਪਨ ਹੀ ਮੁਖ ਤੇ। ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਦੀਨ ਹੋ ਕੇ ਬੇਨਤੀ ਕੀਤੀ। ਤੁਮਰੇ ਅਨੁਸਾਰ ਬਿਨਾ ਹਮ ਨਾਈ। ਮਹਾਰਾਜ ਜੀ ਹੁਣ ਤੁਹਾਡੇ ਅਨੁਸਾਰ ਹੀ ਹੋ ਕੇ ਚੱਲਾਂਗੇ, ਜਿਵੇਂ ਆਪ ਜੀ ਹੁਕਮ ਕਰੋਗੇ। ਤੁਹਾਡੀ ਆਗਿਆ ਤੋਂ ਬਾਹਰ ਹੁਣ ਅਸੀਂ ਨਹੀਂ ਚੱਲਾਂਗੇ। ਕਬਿਤ ਨਾਰ ਦੁਰਾਚਾਰ ਬਿਬਚਾਰਨ ਕੀ ਚਾਲ ਜਹ। ਮਹਾਰਾਜ ਇਸਤਰੀਆਂ ਬਿਬਚਾਰਣੀਆਂ ਭੈੜੇ ਚਾਲ ਚੱਲਣ ਵਾਲੀਆਂ ਕੁਲਟਾ ਹਨ। ਸੋ ਤੋ ਦੁਖ ਦੇਨੂ ਕੇ ਜੋਗ ਮਨ ਜਾਣੀਏ। ਮਹਾਰਾਜ ਜੀ ਹੈਣ ਤਾਂ ਦੁੱਖ ਦੇਣ ਯੋਗ ਹੀ ਹਨ। ਇਹਨਾਂ ਨੂੰ ਇਹ ਜਿਹੜੀ ਸਜ਼ਾ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ। ਪਏ ਹੋ ਅਧੀਨ ਪੁਨ ਬੇਨਤੀ ਸੋਕੀਨ ਤੁਮ। ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਜਿਹੜੀ ਸਜ਼ਾ ਚਾਹੀਦੀ ਸੀ ਉਹ ਮਿਲੀ ਹੈ, ਪਰ ਤੁਸੀਂ ਸਾਡੇ ਚਰਨਾਂ ਦੇ ਅਧੀਨ ਹੋਏ ਹੋ। ਇਹਨਾਂ ਵੱਲੋਂ ਤੁਸੀਂ ਸਾਨੂੰ ਬੇਨਤੀਆਂ ਕੀਤੀਆਂ ਹਨ। ਜਾਂ ਤੇ ਹੋਏ ਨਾਰ ਤਨ ਇਨ ਕੇ ਪ੍ਰਮਾਨੀਏ। ਇਸ ਕਰਕੇ ਦੁਬਾਰਾ ਇਸਤਰੀਆਂ ਦੇ ਰੂਪ 'ਚ ਆ ਜਾਣਗੀਆਂ। ਹੁਣ ਇਹ ਦੁਬਾਰਾ ਇਹਨਾਂ ਦਾ ਜੋ ਪਹਿਲਾ ਸਵਰੂਪ ਹੈ ਉਹਦੇ ਵਿੱਚ ਹੀ ਆ ਜਾਣਗੀਆਂ। ਐਸੇ ਹੀ ਪਨਤ ਪਾਈ ਦੇਹ ਤਿਨ ਪੂਰਬ ਸੀ। ਸਤਿਗੁਰੂ ਜੀ ਦੇ ਇੰਨਾ ਕਹਿਣ ਦੀ ਦੇਰੀ ਸੀ। ਉਹ ਜਿਹੜੀਆਂ ਇਸਤਰੀਆਂ ਜੋ ਭੇਡ ਤੇ ਕੁਕਰੀ ਬਣੀ ਹੋਈਆਂ ਸਨ ਉਹ ਵਾਪਸ ਆਪਣੇ ਉਸੇ ਸਰੂਪ ਵਿੱਚ ਆ ਗਈਆਂ। ਗੁਰੂ ਸਾਹਿਬ ਦਾ ਬਚਨ ਹੋਣ ਦੀ ਦੇਰੀ ਸੀ, ਉਸੇ ਵੇਲੇ ਉਸੇ ਸਰੂਪ ਵਿੱਚ ਪਲਟ ਗਈਆਂ। ਹੀਰ ਗੁਰ ਰੂਪ ਪੁਨ ਮਨ ਪਛਤਾਨੀਏ। ਸਤਿਗੁਰੂ ਜੀ ਦੇ ਸੋਹਣੇ ਸਰੂਪ ਨੂੰ ਵੇਖਦੀਆਂ ਨੇ ਤੇ ਮਨ 'ਚ ਪਛਤਾਵਾ ਕਰਦੀਆਂ ਹਨ ਕਿ ਏਡੇ ਵੱਡੇ ਮਹਾਂਪੁਰਸ਼, ਇਤਨੇ ਵੱਡੇ ਤਤਵੇਤਾ, ਇਤਨੇ ਵੱਡੇ ਅਕਾਲ ਪੁਰਖ ਜੀ ਦਾ ਅਵਤਾਰ ਹੀ ਇਸ ਸੰਸਾਰ ਦੇ ਵਿੱਚ ਹਨ ਤੇ ਅਸੀਂ ਕੈਸਾ ਮਾੜਾ ਭੈੜਾ ਕਰਮ ਇਹਨਾਂ ਦੇ ਨਾਲ ਕਰਨ ਲੱਗੀਆਂ ਸਾਂ। ਮਨ 'ਚ ਬੜਾ ਪਛਤਾਵਾ ਕੀਤਾ ਇਹਨਾਂ ਨੇ। ਕਰੁਣਾ ਕੇ ਐਨ ਰਹੇ ਤਾਹਾਂ ਪਾਈ ਰਹਿਨ ਜਬ। ਰਾਤ ਪੈ ਚੁੱਕੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਆਪਣਾ ਨਿਵਾਸ ਕੀਤਾ। ਇਹਨਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ, ਹਿਰਦਾ ਸ਼ੁੱਧ ਹੋ ਗਿਆ। ਮਹਾਰਾਜ ਜੀ ਐਸੇ ਦਿਆਲੂ ਨੇ, ਪਿਛਲੀਆਂ ਸਾਰੀਆਂ ਗਲਤੀਆਂ ਮਾਫ ਕਰਕੇ ਅੱਗੇ ਨੂੰ ਮਾਰਗ ਪਾ ਦਿੰਦੇ ਹਨ। ਫਿਰ ਪਿਛਲੇ ਗੁਨਾਹਾਂ ਨੂੰ ਨਹੀਂ ਵੇਖਦੇ। ਇਹਨਾਂ ਦੇ ਪਿਛਲੇ ਗੁਨਾਹ ਕਿਹੜੇ ਨੇ, ਇਹਨਾਂ ਦੇ ਪਿਛਲੇ ਵਿਵਹਾਰ ਕਿੱਦਾਂ ਦੇ ਹਨ, ਅੱਗੇ ਤੋਂ ਬਖਸ਼ ਕੇ ਮਹਾਰਾਜ ਸੱਚੇ ਪਾਤਸ਼ਾਹ ਮਾਰਗ ਪਾ ਦਿੰਦੇ ਹਨ। ਕਹਿੰਦੇ ਰਾਤ ਪੈ ਗਈ ਸੀ, ਸਤਿਗੁਰੂ ਜੀ ਨੇ ਉੱਥੇ ਹੀ ਆਪਣਾ ਨਿਵਾਸ ਕੀਤਾ, ਟਿਕਾਣਾ ਕੀਤਾ ਹੈ। ਕੀਨੀ ਸੁਖ ਸੈਨ ਜਾਂ ਕੋ ਪੈ ਨਾ ਕਿਤ ਥਾਨੀਏ। ਸਤਿਗੁਰੂ ਜੀ ਨੇ ਸੁਖ ਦੇ ਨਾਲ ਆਪਣੇ ਆਸਣ ਤੇ ਬਿਰਾਜੇ ਨੇ। ਐਸੇ ਗੁਰਦੇਵ ਜਿਨ੍ਹਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਹੈ, ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਤੇ ਖੌਫ ਨਹੀਂ ਹੈ ਕਿਸੇ ਜਗ੍ਹਾ ਤੇ ਵੀ। ਸਵਈਆ ਪੁਨਸਾਰ ਪਾਈ ਤੁਨ ਕੰਬ ਕੀਏ। ਨਿਸਨਾਸ ਗਈ ਸੁਖ ਸਾਗਰ ਜਾਗੇ। ਕਹਿੰਦੇ ਰਾਤ ਬੀਤੀ, ਅੰਮ੍ਰਿਤ ਵੇਲੇ ਪਾਤਸ਼ਾਹ ਦੇ ਉੱਠਣ ਦਾ ਨੇਮ ਸੀ। ਇਸ਼ਨਾਨ ਪਾਨ ਕੀਤਾ ਹੈ। ਉਧਰ ਕੁੱਕੜ ਨੇ ਬਾਂਗ ਦਿੱਤੀ ਹੈ ਜਦੋਂ ਲੋ ਲੱਗੀ ਹੈ ਤੇ ਆਕਾਸ਼ ਦੇ ਵਿੱਚ ਲਾਲੀ ਆਈ ਤੇ ਪ੍ਰਕਾਸ਼ ਚਾਰੇ ਪਾਸੇ ਫੈਲਿਆ ਹੈ। ਮਿਲ ਮਾਨਵ ਜਾਨਵ ਪੇਵੇਂ ਕੋ ਤਿਨ। ਇੰਨੇ ਨੂੰ ਨਗਰ ਦੇ ਲੋਕ ਇਕੱਠੇ ਹੋ ਕੇ, ਜਿਨ੍ਹਾਂ ਨੂੰ ਸਤਿਗੁਰਾਂ ਦੇ ਭੇਦ ਦਾ ਪਤਾ ਲੱਗਾ ਕਿ ਇਹੋ ਜਿਹੇ ਮਹਾਂਪੁਰਸ਼ ਮਹਾਤਮਾ ਸਾਡੇ ਨਗਰ ਵਿੱਚ ਆਏ ਨੇ ਤੇ ਸਾਡੇ ਨਗਰ ਦੇ ਲੋਕਾਂ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਕੀਤਾ, ਉਹਨਾਂ ਨੂੰ ਪਛਤਾਵਾ ਹੋਇਆ ਇਸ ਗੱਲ ਦਾ। ਉਹ ਜਿਹੜੇ ਲੋਕ ਸਨ ਨਗਰ ਦੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਏ ਹਨ। ਆਨਵ ਪੇਟ ਹਿਰਦੇ ਅਨੁਰਾਗੇ। ਮਨ 'ਚ ਪ੍ਰੇਮ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਬੜੀਆਂ ਸੋਹਣੀਆਂ ਭੇਟਾਵਾਂ ਲੈ ਕੇ ਹਾਜ਼ਰ ਹੋਏ। ਪਗ ਪਾਹੁਲ ਦੀਨ ਕਿਰਤਾਰਥ ਕੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਆਪਣੀ ਚਰਨ ਪੋਲ ਦੇ ਕੇ ਆਪਣਾ ਸਿੱਖ ਬਣਾ ਕੇ ਕਿਰਤਾਰਥ ਕੀਤਾ। ਖਾਲਸਾ ਜੀ ਉੱਥੇ ਮਹਾਰਾਜ ਜੀ ਦਾ ਸਥਾਨ ਹੈ। ਢਾਕੇ ਤੋਂ 5 ਮੀਲ ਦੀ ਦੂਰੀ ਦੇ ਉੱਤੇ ਇੱਕ ਧਨਪੁਰ ਨਗਰ ਹੈ ਜਿੱਥੇ ਸਾਰੀ ਕਲਾ ਵਰਤੀ ਹੈ। ਬੰਗਾਲ ਦੇ ਨੇੜੇ ਢਾਕੇ ਦੇ ਬੰਗਾਲ ਦੇ ਵਿੱਚ ਜੋ ਢਾਕੇ ਸ਼ਹਿਰ ਤੋਂ ਕੁਝ ਦੂਰੀ ਤੇ ਹੈ। ਮਹਾਰਾਜ ਜੀ ਨੇ ਆਪਣੀ ਇੱਕ ਯਾਦਗਾਰ ਬਰਛਾ ਇਹਨਾਂ ਨੂੰ ਬਖਸ਼ਿਆ ਸੀ, ਜੋ ਅੱਜ ਵੀ ਉੱਥੇ ਉਹਨਾਂ ਨੇ ਮਹਾਰਾਜ ਜੀ ਦੀ ਯਾਦਗਾਰ ਜਿਹੜੀ ਹੈ ਬਰਛਾ ਸਾਂਭ ਕੇ ਰੱਖਿਆ ਹੋਇਆ। ਤੋ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਨੇ ਨਾ ਸਾਰਿਆਂ ਨੂੰ ਆਪਣੀ ਚਰਨ ਪੌਲ ਦੇ ਕੇ ਸਿੱਖ ਬਣਾਇਆ ਤੇ ਕਿਰਤਾਰਥ ਕੀਤਾ ਹੈ। ਪਏ ਅਗਹੀਨ ਵੱਡੇ ਵੱਡ ਭਾਗੇ। ਇਹ ਵੱਡਿਆਂ ਭਾਗਾਂ ਵਾਲੇ
ਜਿਨ੍ਹਾਂ ਦੇ ਜਿੰਨੇ ਪਾਪ ਕਰਮ ਸਨ ਸਤਿਗੁਰਾਂ ਨੇ ਕੱਟ ਦਿੱਤੇ। ਨੂਰ ਸ਼ਾਹ ਜਾਦੂਗਰਨੀ ਵੀ ਮਹਾਰਾਜ ਜੀ ਦੇ ਚਰਨਾਂ ਦੀ ਦਾਸ ਹੋਈ। ਗਰੀਬ ਨਵਾਜ ਸਤਿਗੁਰੂ ਜੀ ਨੇ ਮਿਹਰਾਂ ਦੇ ਘਰ ਵਿੱਚ ਆ ਕੇ ਇਹਨਾਂ ਤੇ ਤਰਸ ਕੀਤਾ ਔਰ ਇਹਨਾਂ ਦੇ ਸਾਰੇ ਪਿਛਲੇ ਗੁਨਾਹ ਬਖਸ਼ ਕੇ ਅੱਗੇ ਮਾਰਗ ਪਾ ਦਿੱਤਾ। ਮੇਰੇ ਸਾਹਿਬ ਆਈ ਇਸੇ ਕਰਕੇ ਨੇ, ਜਿਹੜੇ ਆਪਣੇ ਮਾਰਗਾਂ ਤੋਂ ਰਾਹਾਂ ਤੋਂ ਭੁੱਲੇ ਭਟਕੇ ਲੋਕ ਸਨ, ਉਹਨਾਂ ਭੁੱਲਿਆਂ ਭਟਕਿਆਂ ਲੋਕਾਂ ਨੂੰ ਸਤਿਗੁਰੂ ਜੀ ਮਾਰਗ ਪਾਣ ਆਏ ਹਨ। ਗਰੀਬ ਨਵਾਜ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸ ਖੇਡ ਨੂੰ ਵੇਖ ਕੇ ਇਹ ਬਚਨ ਕਹੇ ਹਨ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭੁੱਲਿਆਂ ਹੋਇਆਂ ਨੂੰ, ਜਿਹੜੇ ਉਜੜੇ ਹੋਏ ਮਾਰਗਾਂ ਤੇ ਟੁਰੇ ਜਾਂਦੇ ਲੋਕ ਸਨ, ਉਹਨਾਂ ਨੂੰ ਮਾਰਗ ਪਾਇਆ। ਉਹਨਾਂ ਦੇ ਪਾਪ ਕਰਮ ਸਤਿਗੁਰਾਂ ਨੇ ਨਿਵਾਰੇ। ਧਰਮਸਾਲ ਵਿਸਾਲ ਰਚੀਤੇ ਹੈ ਕਾਲ। ਗੁਰੂਦੇਵ ਦੇ ਹੁਕਮ ਦੀ ਪਾਲਣਾ ਕਰਦਿਆਂ ਆਪਣੇ ਨਗਰ 'ਚ ਸੋਹਣੀ ਧਰਮਸ਼ਾਲਾ ਬਣਾਈ, ਜਿੱਥੇ ਅੱਜ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ। ਸੋਹਣਾ ਦਰਬਾਰ, ਸੋਹਣੀ ਧਰਮਸ਼ਾਲਾ ਬਣਾਈ। ਦਿਆਲ ਕੀ ਕੀਰਤ ਮੈਂ ਮਤ ਪਾਗੇ। ਹੁਣ ਉਸੇ ਧਰਮਸ਼ਾਲਾ ਵਿੱਚ ਸਵੇਰੇ ਸ਼ਾਮ ਦੋਵੇਂ ਵੇਲੇ ਬਹਿ ਕੇ ਅਕਾਲ ਪੁਰਖ ਦੀ ਕੀਰਤੀ ਕਰਦੇ ਹਨ। ਦਿਆਲੂ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਦੀਆਂ ਸਿਫਤਾਂ ਕਰਦੇ ਹਨ। ਦਿਨ ਪੰਚੇ ਰਹੇ ਅਗ ਓਗ ਦਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 5 ਦਿਨ ਇੱਥੇ ਰਹੇ। 5 ਦਿਨ ਪਾਤਸ਼ਾਹ ਜੀ ਨੇ ਇੱਥੇ ਰਹਿ ਕੇ ਨਾ ਜੀਵਾਂ ਦਾ ਭਲਾ ਕੀਤਾ। ਉਨ ਬੈਨ ਕਹੇ ਹਮ ਜਾਹੇ ਆਗਾਰੀ। ਔਰ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਚੰਗਾ ਭਾਈ ਹੁਣ ਅਸੀਂ ਅੱਗੇ ਚੱਲੇ ਹਾਂ। ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ। ਤੁਸੀਂ ਹੁਣ ਇਸੇ ਤਰ੍ਹਾਂ ਇਸੇ ਮਰਿਆਦਾ ਦਾ ਪਾਲਣ ਕਰਨਾ ਜੋ ਤੁਹਾਨੂੰ ਦੱਸੀ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਹੁਣ ਇੱਥੋਂ ਚੱਲਣ ਦੀ ਤਿਆਰੀ ਕੀਤੀ ਤੇ ਕਹਿੰਦੇ ਅਸੀਂ ਚੱਲੇ ਹਾਂ। ਕਰ ਜੋਰ ਪੁਮਾਨ ਬਿਨਯੋ ਬਖਾਨ। ਨਗਰ ਨਿਵਾਸੀਆਂ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਕਹਿਣ ਲੱਗੇ ਭਾਈ ਇਹ ਥਾਨ ਮਿਆ ਸੋ ਤੁਮਾਰੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸਾਡੇ ਤੇ ਬੜੀ ਦਇਆ ਹੋਈ ਹੈ। ਆਪ ਜੀ ਨੇ ਇਸ ਜਗ੍ਹਾ ਤੇ ਆ ਕੇ ਸਾਡੇ ਤੇ ਬੜਾ ਵੱਡਾ ਭਾਰੀ ਤਰਸ ਕੀਤਾ। ਮਤ ਮੰਦਨ ਕੋ ਗਤ ਪੰਦ ਦਿਓ। ਮਾੜੀ ਮਤ ਵਾਲਿਆਂ ਨੂੰ ਤੁਸੀਂ ਮੁਕਤੀ ਦਾ ਰਸਤਾ ਦੱਸਿਆ ਮਹਾਰਾਜ। ਅਸੀਂ ਮਾੜੀ ਭੈੜੀ ਖੋਟੀ ਮਤ ਵਿੱਚ ਲੱਗੇ ਹੋਏ ਸੀ, ਤੁਸੀਂ ਦਇਆ ਕਰਕੇ ਸਾਨੂੰ ਮੁਕਤੀ ਦਾ ਰਸਤਾ ਦੱਸਿਆ ਹੈ। ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਇਹ ਸੁੱਖਾਂ ਦੇ ਮੂਲ ਹੈ ਗੋਬਿੰਦ ਹੈ ਮੁਕੰਦ ਸਤਿਗੁਰੂ ਸੱਚੇ ਪਾਤਸ਼ਾਹ। ਤੁਸੀਂ ਉਦਾਰ ਹੋ, ਸਭ ਦੇ ਦਿਲਾਂ ਦੀਆਂ ਜਾਣਦੇ ਹੋ। ਇਹ ਠੋਰ ਰਹੋ ਦਿਨ ਔਰ ਕਛੂ। ਮਹਾਰਾਜ ਜੀ ਹਾਲੇ ਤਾਂ ਸਾਡਾ ਮਨ ਵੀ ਨਹੀਂ ਰੱਜਿਆ ਤੁਹਾਡੇ ਦਰਸ਼ਨ ਕਰਕੇ। ਆਪ ਜੀ ਕਿਰਪਾ ਕਰੋ ਮਹਾਰਾਜ, ਇੱਥੇ ਕੁਝ ਦਿਨ ਹੋਰ ਰਹੋ, ਸਾਡੀ ਬੇਨਤੀ ਮੰਨ ਕੇ ਕੁਝ ਦਿਨ ਹੋਰ ਇੱਥੇ ਰਹਿ ਕੇ ਸਾਨੂੰ ਦਰਸ਼ਨ ਦਿਓ। ਸਿਰ ਮੋਰ ਤੂੰ ਹੀ ਜਗ ਮੈਂ ਗਤਕਾਰੀ। ਮਹਾਰਾਜ ਜੀ ਤੁਸੀਂ ਸਿਰਮੌਰ ਹੋ ਇਸ ਜਗਤ ਵਿੱਚ, ਸਾਰੇ ਜਗਤ ਦੇ ਜੀਵਾਂ ਦੀ ਮੁਕਤੀ ਕਰਨ ਵਾਸਤੇ ਆਏ ਹੋ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ। ਸਤਿਗੁਰੂ ਜੀ ਨੇ ਮਰਿਆਦਾ ਦੱਸੀ ਇਹਨਾਂ ਨੂੰ, ਆਖਿਆ ਭਾਈ ਨਿਤ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਨਿਤ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਵੱਧ ਤੋਂ ਵੱਧ ਜਪ ਸਕਦੇ ਹੋ ਇਹਦਾ ਜਾਪ ਕਰਨਾ। ਜਿੰਨਾ ਜਪੋਗੇ ਉਨੀ ਸੁਰਤ ਇਕਾਗਰ ਹੋਵੇਗੀ, ਓਨਾ ਹੀ ਮਨ ਇਕਾਗਰ ਹੋਵੇਗਾ। ਜਿੰਨਾ ਮਨ ਇਕਾਗਰ ਹੋਵੇਗਾ ਓਨਾ ਹੀ ਪਰਮੇਸ਼ਰ ਨੂੰ ਆਪਣੇ ਨੇੜੇ ਜਾਣੋਗੇ। ਜਦੋਂ ਤੱਕ ਮਨ ਇਕਾਗਰ ਨਹੀਂ ਹੁੰਦਾ ਪਾਰ ਬ੍ਰਹਮ ਪਰਮੇਸ਼ਰ ਦੂਰ ਹੀ ਭਾਸਦਾ ਹੈ। ਜਦੋਂ ਮਨ ਇਕਾਗਰ ਹੋ ਜਾਏ, ਸੁਰਤ ਇਕਾਗਰ ਹੋ ਜਾਏ ਤੇ ਪਰਮੇਸ਼ਰ ਸਮੀਪ ਭਾਸਣ ਲੱਗ ਪੈਂਦਾ ਹੈ। ਸਮੀਪ ਤਾਂ ਕੀ ਫਿਰ ਇਹ ਕਹਿ ਸਕਦੇ, ਅੰਦਰ ਹੀ ਭਾਸਣ ਲੱਗ ਪੈਂਦਾ, ਉਹਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਪਰ ਉਹਦੇ ਲਈ ਪਹਿਲਾਂ ਜਪ ਕਰਨਾ ਪੈਣਾ। ਜਪੋ ਇਸ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਨਿਤ, ਔਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਅਰਦਾਸ ਤਿਹਾਵਲ ਕੀ ਕਰੀਏ। ਤਿਹਾਵਲ ਕਹਿੰਦੇ ਆ ਜਿਹਦੇ 'ਚ 3 ਚੀਜ਼ਾਂ ਬਰਾਬਰ ਪੈਣ, ਇੱਕ ਬਰਾਬਰ ਅੰਦਾਜ਼ੇ ਦੇ ਨਾਲ ਨਹੀਂ ਪਾਣੀ। ਜਦੋਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਉਹਦੀ ਮਰਜ਼ਾਦਾ ਹੈ ਕਿ ਹਰ ਇੱਕ ਚੀਜ਼ ਜਿਹੜੀਆਂ 3 ਚੀਜ਼ਾਂ ਨੇ ਪੂਰੀਆਂ ਬਰਾਬਰ ਦੀਆਂ ਪਾਉਣੀਆਂ ਹਨ। ਜੇ 1 ਕਿਲੋ ਇੱਕ ਸੇਰ ਆਟੇ ਦੀ ਦੇਗ ਬਣਾਣੀ ਹੈ ਤੇ 1 ਸੇਰ ਹੀ ਵਿੱਚ ਖੰਡ ਪਾਉਣੀ ਆ ਤੇ 1 ਸੇਰ ਹੀ ਵਿੱਚ ਘਿਓ ਪਾਉਣਾ ਹੈ। ਯਾਨੀ ਕਿ 3 ਚੀਜ਼ਾਂ ਬਰਾਬਰ ਰੱਖਣੀਆਂ ਹਨ। ਉਹਨੂੰ ਕਹਿੰਦੇ ਤਿਹਾਵਲ। ਮਹਾਰਾਜ ਜੀ ਕਹਿੰਦੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ
ਧਰਮਸ਼ਾਲਾ ਵਿੱਚ ਸਵੇਰੇ ਰੋਜ਼ ਨਾਲੇ ਸਿਮਰਨ ਕਰਨਾ ਹੈ, ਨਾਲੇ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਕਿਰਪਾ ਕਰੋ, ਸਾਡੇ ਤੇ ਤਰਸ ਕਰਕੇ ਸਾਡੀਆਂ ਸੁਰਤੀਆਂ ਨਿਰਮਲ ਕਰੋ। ਮਹਾਰਾਜ ਸਾਡੇ ਮਨ ਇਕਾਗਰ ਕਰੋ, ਸਾਡੇ ਅੰਤਸ਼ਕਰਨ ਸ਼ੁੱਧ ਕਰੋ। ਬੇਨਤੀਆਂ ਕਰਨੀਆਂ, ਹੇ ਵਾਹਿਗੁਰੂ ਸਾਡੀਆਂ ਹਾਜ਼ਰੀਆਂ ਆਪਣਿਆਂ ਚਰਨਾਂ 'ਚ ਲਾਓ, ਮਾੜੇ ਭੈੜੇ ਕੰਮਾਂ ਤੋਂ ਸਾਨੂੰ ਬਚਾਓ, ਗਰੀਬ ਨਵਾਜ ਸ਼ੁਭ ਮਾਰਗ ਦੇ ਪਾਂਧੀ ਬਣਾਓ। ਇਹ ਅਰਦਾਸਾਂ ਅਕਾਲ ਪੁਰਖ ਦੇ ਚਰਨਾਂ 'ਚ ਕਰਨੀਆਂ ਹਨ। ਮਨ ਕਾਮਨਾ ਪੂਰਨ ਹੋਵੇਗੀ। ਜੋ ਕਾਮਨਾ ਹੋਵੇਗੀ ਮਨ 'ਚ ਤੁਹਾਡੇ, ਮਹਾਰਾਜ ਜੀ ਕਹਿੰਦੇ ਉਹਦੀ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਿਓ, ਤੁਹਾਡੀ ਕਾਮਨਾ ਵੀ ਪੂਰੀ ਹੋਵੇਗੀ। ਕੋਈ ਸੰਸਾਰੀ ਕਾਮਨਾ ਵੀ ਹੁੰਦੀ ਹੈ ਮਨ ਵਿੱਚ, ਆ ਜਾਂਦੇ ਨੇ ਫੁਰਨੇ, ਸੰਸਾਰੀ ਬੰਦੇ ਹਾਂ, ਸੰਸਾਰੀ ਕਾਮਨਾਵਾਂ ਵੀ ਹਿਰਦੇ 'ਚ ਆਉਂਦੀਆਂ ਹਨ। ਤੇ ਗੁਰੂ ਸਾਹਿਬ ਦੇ ਚਰਨਾਂ 'ਚ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਮਹਾਰਾਜ ਜੀ ਕਹਿੰਦੇ ਅਰਦਾਸ ਕਰਿਓ, ਤੁਹਾਡੀਆਂ ਕਾਮਨਾਵਾਂ ਪੂਰਨ ਹੋਣਗੀਆਂ। ਬਾਅਦ ਸ਼ਰਤਾਂ ਕਾਮਨਾ ਸ਼ੁਭ ਹੋਣੀ ਚਾਹੀਏ। ਜੇ ਮਲਨ ਕਾਮਨਾ ਹੋਵੇਗੀ ਉਲਟੀ ਪੈਂਦੀ ਹੈ। ਸ਼ੁਭ ਕਾਮਨਾ ਆਪਣੇ ਹਿਰਦੇ 'ਚ ਰੱਖ ਕੇ ਗੁਰੂ ਚਰਨਾਂ 'ਚ ਅਰਦਾਸ ਕਰੋ, ਤੁਹਾਡੀਆਂ ਕਾਮਨਾਵਾਂ ਪੂਰਨ ਹੋਣਗੀਆਂ। ਹਰ ਕੀਰਤ ਪ੍ਰੀਤ ਹਿਰਦੇ ਧਰੀਏ। ਔਰ ਹਰੀ ਦੀ ਕੀਰਤੀ ਆਪਣੇ ਹਿਰਦੇ 'ਚ ਕਰਨੀ ਹੈ, ਔਰ ਹਰੀ ਦੀ ਕੀਰਤੀ ਦਾ ਪ੍ਰੇਮ ਹਿਰਦੇ 'ਚ ਵਸਾਉਣਾ ਹੈ। ਜਦੋਂ ਨਿਰੰਕਾਰ ਦੀ ਕੀਰਤੀ ਹੋਣ ਲੱਗੇ, ਪ੍ਰੇਮ ਆਵੇ ਹਿਰਦੇ 'ਚ, ਕਿਉਂਕਿ ਪ੍ਰੇਮ ਤੋਂ ਬਿਨਾਂ ਨਾ ਕੀਰਤਨ ਸੋਭਦਾ, ਨਾ ਕਥਾ ਸੋਭਦੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿੰਦੇ, ਗੁਰਸਿੱਖੋ ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਸਿੱਖਾਂ ਬੇਨਤੀ ਕੀਤੀ, ਸਤਿਗੁਰੂ ਜੇ ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਤੇ ਫਿਰ ਕਥਾ ਦਾ ਘਰ ਵਾਲਾ ਤੇ ਕੀਰਤਨ ਦਾ ਪਿਤਾ ਕੌਣ ਹੈ? ਪੰਜਵੇਂ ਗੁਰਦੇਵ ਨੇ ਬਚਨ ਕਹੇ, ਆਖਿਆ ਗੁਰਸਿੱਖੋ ਕੀਰਤਨ ਦਾ ਪਿਤਾ ਔਰ ਕਥਾ ਦਾ ਘਰ ਵਾਲਾ ਪ੍ਰੇਮ ਹੈ। ਪ੍ਰੇਮ ਹੋਵੇ ਤੇ ਕਥਾ ਸੋਭਦੀ ਹੈ, ਪ੍ਰੇਮ ਹੋਵੇ ਤੇ ਕੀਰਤਨ ਸੋਭਦਾ। ਜੇ ਪ੍ਰੇਮ ਨਹੀਂ ਤੇ ਨਾ ਕਥਾ ਸੋਭਦੀ ਹੈ ਤੇ ਨਾ ਹੀ ਕੀਰਤਨ ਸੋਭਦਾ ਹੈ। ਪਾਤਸ਼ਾਹ ਬਚਨ ਕਰ ਰਹੇ ਨੇ, ਗੁਰਸਿੱਖੋ ਜਦੋਂ ਕੀਰਤੀ ਕਰਨੀ ਹੈ ਪਾਰ ਬ੍ਰਹਮ ਪਰਮੇਸ਼ਰ ਦੀ, ਕੀਰਤੀ ਨਾਲ ਪ੍ਰੇਮ ਕਰਨਾ ਹੈ। ਪ੍ਰੇਮ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ। ਪ੍ਰੇਮ ਸਹਿਤ ਕੀਰਤਨ ਸੁਣਨਾ, ਪ੍ਰੇਮ ਸਹਿਤ ਕਥਾ ਸੁਣਨੀ ਹੈ। ਸਤ ਸੰਗਤ ਸੋ ਮਿਲ ਕਾਲ ਬੀਤਾਵੋ। ਔਰ ਸਤ ਸੰਗਤ ਵਿੱਚ ਮਿਲ ਕੇ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ। ਜਿੰਨਾ ਸਮਾਂ ਮਿਲੇ ਵੱਧ ਤੋਂ ਵੱਧ ਸਮਾਂ ਸੰਗਤ ਵਿੱਚ ਬਤੀਤ ਕਰਨਾ, ਉਹ ਸਫਲ ਹੋਵੇਗਾ। ਮੈਲੇ ਅਮੰਗਲ ਕੀ ਹਰੀਏ। ਔਰ ਜਿਹੜੇ ਅਮੰਗਲ, ਅਮੰਗਲ ਦਾ ਮਤਲਬ ਹੁੰਦਾ ਜਿਹੜੇ ਆ ਪਾਪ ਕਰਮ ਦੁੱਖਾਂ ਦੀ ਜਿਹੜੀ ਮੈਲ ਹੈ ਨਾ, ਇਸ ਮੈਲ ਨੂੰ ਹਰੋ, ਇਸ ਮੈਲ ਨੂੰ ਤਿਆਗੋ ਆਪਣੇ ਹਿਰਦੇ 'ਚੋਂ। ਸੰਗਤ ਕਰਕੇ ਵੱਧ ਤੋਂ ਵੱਧ ਜਿੰਨਾ ਸਮਾਂ ਸੰਗਤ ਵਿੱਚ ਬਤੀਤ ਕਰਾਂਗੇ, ਓਨੀ ਹਿਰਦੇ ਦੀ ਮੈਲ ਦੂਰ ਹੋਵੇਗੀ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੜਾ ਸੋਹਣਾ ਬਚਨ ਕਰਿਆ ਕਰਦੇ। ਉਹ ਕਹਿੰਦੇ, ਭਾਈ ਇਹ ਸਾਧ ਸੰਗਤ ਘਾਟ ਹੈ। ਜਿਵੇਂ ਸਰੋਵਰਾਂ ਦੇ ਕੰਢੇ ਜਾਂ ਨਦੀਆਂ ਦੇ ਕੰਢੇ ਘਾਟ ਹੁੰਦੇ, ਉੱਥੇ ਕੱਪੜੇ ਧੋਏ ਜਾਂਦੇ ਸਨ। ਕਹਿੰਦੇ ਸਤ ਸੰਗਤ ਘਾਟ ਹੈ, ਜਿੱਥੇ ਕੱਪੜੇ ਧੋਣੇ ਨੇ। ਸਾਡਾ ਜਿਹੜਾ ਮਨ ਹੈ ਇਹ ਕੱਪੜਾ ਹੈ। ਸਤ ਸੰਗਤ ਘਾਟ ਹੈ, ਇਹਦੇ ਵਿੱਚ ਨਾਮ ਰੂਪੀ ਜਲ ਭਰਿਆ ਹੋਇਆ। ਸਾਧ ਸੰਗਤ ਵਿੱਚ ਨਾਮ ਰੂਪੀ ਜਲ ਭਰਿਆ ਹੋਇਆ, ਮਨ ਕੱਪੜਾ ਹੈ ਔਰ ਪ੍ਰੇਮ ਸਾਬਣ ਹੈ। ਪ੍ਰੇਮ ਰੂਪੀ ਸਾਬਣ ਲਾ ਕੇ ਸਤ ਸੰਗਤ ਵਿੱਚ ਨਾਮ ਰੂਪੀ ਜਲ ਨਾਲ ਆਪਣੇ ਇਸ ਮਨ ਰੂਪੀ ਕੱਪੜੇ ਨੂੰ ਧੋਣਾ। ਤੇ ਜੇ ਕੱਪੜਾ ਬਹੁਤਾ ਮੈਲਾ ਹੋਵੇ ਤੇ ਉਹਨੂੰ ਮੁੱਕੀਆਂ ਵੀ ਮਾਰੀ ਦੀਆਂ ਨੇ, ਵਿੱਚੋਂ ਮੈਲ ਨਿਕਲ ਜਾਏ। ਕਹਿੰਦੇ ਸ਼ਰਧਾ ਤੇ ਨਿਸ਼ਚੇ ਦੀਆਂ ਮੁੱਕੀਆਂ ਮਾਰਦੀਆਂ ਨੇ ਮਨ ਨੂੰ। ਸ਼ਰਧਾ ਤੇ ਨਿਸ਼ਚੇ ਦੀਆਂ ਮੁੱਕੀਆਂ ਮਾਰ ਮਾਰ ਕੇ ਨਾਮ ਰੂਪੀ ਜਲ ਪਾ ਕੇ, ਪ੍ਰੇਮ ਰੂਪੀ ਸਾਬਣ ਲਾ ਕੇ ਸਾਧ ਸੰਗਤ ਦੇ ਵਿੱਚ ਆ ਕੇ ਆਪਣੇ ਇਸ ਮਨ ਰੂਪੀ ਕੱਪੜੇ ਨੂੰ ਧੋਵੋ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਸਾਧ ਸੰਗਤ ਵਿੱਚ ਆ ਕੇ ਹਿਰਦਾ ਸ਼ੁੱਧ ਹੁੰਦਾ ਹੈ, ਸਾਧ ਸੰਗਤ ਵਿੱਚ ਆ ਕੇ ਮਨ ਨਿਰਮਲ ਹੁੰਦਾ। ਗੁਰੂ ਨਾਨਕ ਸਾਹਿਬ ਜੀ ਹੁਕਮ ਕਰ ਰਹੇ ਨੇ ਕਿ ਵੱਧ ਤੋਂ ਵੱਧ ਸਤ ਸੰਗਤ ਵਿੱਚ ਜਦੋਂ ਸਮਾਂ ਬਤੀਤ ਕਰੋਗੇ ਤੇ ਦੁੱਖਾਂ ਦੀ ਜਿਹੜੀ ਮੈਲ ਹਿਰਦੇ ਨੂੰ ਚੜੀ ਹੋਈ ਹੈ ਨਾ, ਪਾਪਾਂ ਦੀ, ਪਾਤਸ਼ਾਹ ਕਹਿੰਦੇ ਉਹ ਮੈਲ ਤੁਹਾਡੀ ਦੂਰ ਹੋਵੇਗੀ। ਇਹ ਪਾਤ ਦਿਓ ਉਪਦੇਸ਼ ਤੇ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਪ੍ਰਕਾਰ ਨਾਲ ਇਹਨਾਂ ਨੂੰ ਇਹ ਉਪਦੇਸ਼ ਦਿੱਤਾ ਹੈ। ਪੁਨ ਆਪ ਚਲੇ ਪਿਖ ਜਾਂ ਤਰੀਏ। ਕਾਨਪੁਰ ਨਗਰ ਹੈ, ਢਾਕੇ ਤੋਂ 5 ਕੁ ਮੀਲ ਦੀ ਵਾਟ ਤੇ, ਜਿੱਥੇ ਸਤਿਗੁਰਾਂ ਨੇ ਸਾਰੀ ਖੇਡ ਵਰਤਾਈ।
ਇਤਿਹਾਸ ਵਿੱਚ ਇਹ ਵੀ ਬਚਨ ਆਉਂਦਾ, ਜਦੋਂ ਸਾਹਿਬ ਜਾਣ ਲੱਗੇ ਤੇ ਨਗਰ ਨਿਵਾਸੀਆਂ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਆਪਣੀ ਨਿਸ਼ਾਨੀ ਦੇ ਕੇ ਜਾਓ ਯਾਦਗਾਰ, ਜਿਹਦੇ ਅਸੀਂ ਦਰਸ਼ਨ ਕਰੀਏ। ਗਰੀਬ ਨਵਾਜ ਜੀ ਦੇ ਹੱਥ ਵਿੱਚ ਇੱਕ ਬਰਛਾ ਸੀ। ਮਹਾਰਾਜ ਜਦੋਂ ਬਨ ਵਿਚਰਦੇ, ਜੰਗਲ 'ਚ ਵਿਚਰਦੇ ਤੇ ਬਰਛਾ ਵੀ ਰੱਖਦੇ ਆਪਣੇ ਹੱਥਾਂ 'ਚ। ਤੋ ਗਰੀਬ ਨਵਾਜ ਸਤਿਗੁਰਾਂ ਨੇ ਉਹ ਬਰਛਾ ਇਹਨਾਂ ਤੇ ਕਿਰਪਾ ਕਰਕੇ ਦਿੱਤਾ, ਜੋ ਹੁਣ ਵੀ ਉੱਥੇ ਦੱਸਦੇ ਐ। ਦਾਸ ਨੇ ਦਰਸ਼ਨ ਤਾਂ ਨਹੀਂ ਕੀਤੇ, ਪਰ ਭਾਈ ਵੀਰ ਸਿੰਘ ਹੋਣਾ ਨੇ ਟਿੱਪਣੀ ਦਿੱਤੀ ਹੈ ਕਿ ਉਹ ਬਰਛਾ ਅੱਜ ਵੀ ਉੱਥੇ ਸੁਭਾਏਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਇੱਥੋਂ ਇਹਨਾਂ ਨੂੰ ਤਾਰ ਕੇ ਗਰੀਬ ਨਵਾਜ ਸਤਿਗੁਰੂ ਜੀ ਅੱਗੇ ਵਧੇ ਹਨ। ਦੋਹਰਾ ਅਸ ਪ੍ਰਕਾਰ ਕੀ ਸੁਮਤ ਦੇ, ਅਨੰਤ ਦੇਸ਼ ਜਗਤੇਸ਼। ਇਸ ਤਰ੍ਹਾਂ ਦੀ ਸੁਮਤ ਦੇ ਕੇ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੋਰ ਦੇਸ਼ਾਂ ਦੇ ਸੈਲ ਵਾਸਤੇ ਚੱਲ ਪਏ ਹਨ। ਗਵਨੇ ਪੂਰਨ ਕਾਮਨਾ, ਜੋ ਸ਼ਿਵ ਨਾਭ ਵੀ ਨਰੇਸ਼। ਰਾਜੇ ਸ਼ਿਵ ਨਾਭ ਦੀ ਕਾਮਨਾ ਪੂਰਨ ਕਰਨ ਵਾਸਤੇ, ਕਿਉਂਕਿ ਉੱਥੇ ਉਹ ਵੀ ਬੈਠਾ ਉਡੀਕ ਰਿਹਾ ਹੈ। ਉਹਦੇ ਅੰਦਰ ਵੀ ਇਹ ਭਾਵਨਾ ਬਣੀ ਹੋਈ, ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈਰੀ ਕਬ ਘਰ ਆਵੈਰੀ, ਹੋ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵਹੇ। ਉਹ ਵੀ ਅਰਦਾਸਾਂ ਕਰਦਾ ਸੀ, ਮਹਾਰਾਜ ਦਰਸ਼ਨ ਦਿਓ, ਪਖੰਡੀ ਬੜੇ ਆ ਰਹੇ ਨੇ, ਜਿਹੜੇ ਆਪਣੇ ਆਪ ਨੂੰ ਨਾਨਕ ਕਹਾ ਕੇ ਮਿਲਦੇ ਐ, ਪਰ ਮੇਰੇ ਸਾਹਿਬ ਤੁਹਾਡੇ ਬਿਨਾਂ ਮੇਰੇ ਹਿਰਦੇ ਨੂੰ ਸੰਤੁਸ਼ਟੀ ਨਹੀਂ ਆਉਣੀ, ਆ ਕੇ ਦਰਸ਼ਨ ਦਿਓ। ਜਗਤ ਗੁਰੂ ਬਾਬਾ ਜੀ ਰਾਜੇ ਸ਼ਿਵ ਨਾਭ ਦੀ ਕਾਮਨਾ ਪੂਰਨ ਕਰਨ ਲਈ ਦਇਆਨਿਧ ਸੁਆਮੀ ਸੱਚੇ ਪਾਤਸ਼ਾਹ ਜੀ ਚੱਲੇ ਹਨ ਸਿੰਗਲਾ ਦੀਪ ਦੇ ਟਾਪੂ ਤੇ, ਜਿਹਨੂੰ ਅੱਜ ਕੱਲ੍ਹ ਲੰਕਾ ਕਹਿੰਦੇ ਹਨ। ਸਿੰਗਲਾ ਦੀਪ ਵੱਲ ਸਤਿਗੁਰੂ ਜੀ ਵਧੇ ਹਨ। ਦੋਹਰਾ ਸ਼੍ਰੀ ਗੁਰ ਪਦ ਨਖ ਕਾਂਤ ਜੇ, ਰੁਚਿਰ ਚੰਦਰਿਕਾ ਮਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨੋਹਾਂ ਦੀ ਜਿਹੜੀ ਕਾਂਤੀ ਹੈ ਨਾ, ਪ੍ਰਕਾਸ਼, ਉਹ ਇਉਂ ਜਾਪਦਾ ਜਿਵੇਂ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਹੋਵੇ। ਹਾਂਜੀ। ਕਰ ਚਕੋਰ ਮਨ ਆਪਨੋ, ਕਹੋ ਕਥਾ ਗਤ ਦਾਨ। ਉਸ ਚਾਨਣੀ ਦਾ ਮਨ ਨੂੰ ਚਕੋਰ ਬਣਾ ਕੇ, ਯਾਨੀ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਵਸਾ ਕੇ, ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਗੁਰੂ ਸਾਹਿਬ ਦੀ ਜਿਹੜੀ ਇਹ ਗਤਦਾਈ ਮੁਕਤੀ ਦੇਣ ਵਾਲੀ ਕਥਾ ਹੈ, ਇਹ ਕਥਾ ਕਹਿੰਦਾ ਹਾਂ, ਇਸ ਕਥਾ ਨੂੰ ਸੁਣਾਉਂਦਾ ਹਾਂ। ਸ੍ਰੀ ਬਾਲਾ ਸੰਧੂ ਆਚ ਚੌਪਈ, ਅਬ ਸ਼੍ਰੀ ਨਾਨਕ ਕੀਨ ਪਿਆਨਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਹਨ। ਮੈਂ ਪੁਨ ਸੰਗ ਦੁਤੀਏ ਮਰਦਾਨਾ। ਭਾਈ ਬਾਲਾ ਜੀ ਕਹਿੰਦੇ, ਇੱਕ ਮੈਂ ਆ ਸਤਿਗੁਰਾਂ ਨਾਲ ਤੇ ਦੂਜੇ ਭਾਈ ਮਰਦਾਨਾ ਜੀ ਹਨ। ਦੇ ਕਰ ਕਿਤਕ ਥਾਨ ਉਪਦੇਸ਼ਾ। ਕਿਤਨੇ ਥਾਵਾਂ ਤੇ ਰਸਤੇ 'ਚ ਮਹਾਰਾਜ ਜੀ ਨੇ ਉਪਦੇਸ਼ ਦਿੱਤੇ, ਅਨੇਕਾਂ ਜੀਵਾਂ ਨੂੰ ਤਾਰਿਆ। ਸਿਮਰੋ ਸਤ ਨਾਮ ਜਗਤੇਸ਼ਾ। ਭਾਈ ਬਾਲਾ ਜੀ ਕਹਿੰਦੇ, ਜਿੱਥੇ ਵੀ ਜਾ ਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਕੋਈ ਵੀ ਪ੍ਰਾਣੀ ਸਾਹਿਬ ਨੂੰ ਮਿਲਿਆ, ਕਿਤੇ ਵੀ ਮਿਲਿਆ, ਉਹਨਾਂ ਸਭ ਉਪਦੇਸ਼ਾਂ ਵਿੱਚੋਂ ਇੱਕ ਸਾਰਿਆਂ ਨੂੰ ਸਾਂਝਾ ਉਪਦੇਸ਼ ਮੇਰੇ ਗੁਰਦੇਵ ਇਹ ਦਿੰਦੇ ਸਨ ਕਿ ਭਾਈ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰੋ। ਨਾਮ ਜਪਣ ਦਾ ਉਪਦੇਸ਼ ਹਰ ਥਾਂ ਤੇ ਸਤਿਗੁਰਾਂ ਨੇ ਦਿੱਤਾ। ਜਿੱਥੇ ਵੀ ਗਏ, ਜਿਹਨੂੰ ਵੀ ਮਿਲੇ, ਹਰ ਇੱਕ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਨਾਮ ਜਪਿਆ ਕਰੋ। ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਇਹ ਤਿੰਨ ਉਪਦੇਸ਼ ਗਰੀਬ ਨਵਾਜ ਜੀ ਨੇ ਸਾਂਝੇ ਦਿੱਤੇ ਸਾਰੇ ਸੰਸਾਰ ਨੂੰ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ। ਰਸਤੇ 'ਚ ਅਨੇਕਾਂ ਪਿੰਡ ਆਉਂਦੇ, ਅਨੇਕਾਂ ਸ਼ਹਿਰ ਆਉਂਦੇ, ਅਨੇਕਾਂ ਗ੍ਰਾਮ ਆਉਂਦੇ, ਜਿਨ੍ਹਾਂ ਵਿੱਚ ਜਾ ਕੇ ਮਹਾਰਾਜ ਜੀ ਨੇ ਪ੍ਰੇਮਾ ਭਗਤੀ, ਭਾਉ ਭਗਤੀ ਦਾ ਜਿਹੜਾ ਰਸਤਾ ਹੈ
ਉਹ ਲੋਕਾਂ ਨੂੰ ਦ੍ਰਿੜ ਕਰਵਾਇਆ। ਚਲਤ ਚਲਤ ਸਾਗਰ ਪੁਨਿਆਵਾ, ਚਲਦਿਆਂ ਚਲਦਿਆਂ ਸਮੁੰਦਰ ਦਾ ਕਿਨਾਰਾ ਆ ਗਿਆ। ਜਾਏ ਪਏ ਠਾਂਡੇ ਤੈਂ ਤੀਰਾ, ਤੇ ਸਮੁੰਦਰ ਦੇ ਕਿਨਾਰੇ ਜਾ ਕੇ ਸਤਿਗੁਰੂ ਜੀ ਖਲੋ ਗਏ। ਬੋਲੇ ਸ਼੍ਰੀ ਮੁਖ ਵਾਕ ਗੰਭੀਰਾ, ਤੇ ਬੜੀ ਗੰਭੀਰ ਆਵਾਜ਼ ਵਿੱਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਕਹੋ ਬਾਲਾ ਸਾਗਰ ਅਸਗਾਹਾ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਇਹ ਸਮੁੰਦਰ ਬੜਾ ਡੂੰਘਾ ਹੈ। ਅਸਗਾ ਮਹਾਰਾਜ ਜੀ ਕਹਿੰਦੇ ਬੜਾ ਡੂੰਘਾ ਸਮੁੰਦਰ ਹੈ। ਕਹੋ ਨ ਪਈਤ ਏਕੋ ਥਾਹਾ, ਇਹ ਸਮੁੰਦਰ ਇੰਨਾ ਡੂੰਘਾ ਅਸਗਾ ਹੈ, ਇਹਦਾ ਪਾਰ ਨਹੀਂ ਪੈਂਦਾ, ਇਹਦੀ ਥਾਹ ਨਹੀਂ ਪੈਂਦੀ ਵੀ ਕਿੰਨਾ ਵਿਸ਼ਾਲ ਤੇ ਕਿੰਨਾ ਡੂੰਘਾ ਹੈ। ਜਾਣੋ ਪਾਰ ਚਹਿਤ ਹਮ ਮਨ ਮੈਂ, ਤੇ ਭਾਈ ਬਾਲਾ ਜੀ ਅਸੀਂ ਇਹ ਸਮੁੰਦਰ ਤੋਂ ਪਾਰ ਜਾਣਾ ਚਾਹੁੰਦੇ ਆ, ਸਾਡੇ ਮਨ ਦਾ ਫੁਰਨਾ ਹੈ। ਮਹਾਰਾਜ ਜੀ ਕਹਿੰਦੇ ਭਾਈ ਬਾਲਿਆ ਸਮੁੰਦਰ ਬੜਾ ਵੱਡਾ ਹੈ, ਵਿਸ਼ਾਲ ਹੈ, ਅਸਗਾਹ ਹੈ, ਪਾਰ ਨਹੀਂ ਪੈਂਦਾ ਇਹਦਾ, ਤੇ ਸਾਡਾ ਦਿਲ ਕਰਦਾ ਵੀ ਅਸੀਂ ਇਹਨੂੰ ਪਾਰ ਕਰੀਏ। ਕਿਸ ਪ੍ਰਕਾਰ ਗਮਨੇ ਅਬ ਬਨ ਮੈਂ, ਤੇ ਹੁਣ ਇੱਥੇ ਆਪਾਂ ਕਿਵੇਂ ਜਾਈਏ ਪਾਣੀ ਚੋਂ ਲੰਘ ਕੇ ਪਾਰ? ਭਾਈ ਬਾਲਾ ਜੀ ਇਹ ਜਿਹੜਾ ਸਮੁੰਦਰ ਹੈ ਇਹਦੇ ਤੋਂ ਪਾਰ ਕਿਵੇਂ ਜਾਈਏ ਲੰਘ ਕੇ? ਨਿਕਟ ਨ ਕੋ ਅਬ ਆਏ ਜਹਾਜਾ, ਇੱਥੇ ਨੇੜੇ ਕੋਈ ਜਹਾਜ਼ ਵੀ ਨਜ਼ਰ ਨਹੀਂ ਆਉਂਦਾ, ਜਹਾਜ਼ ਵੀ ਕੋਈ ਨਹੀਂ ਦਿਸਦਾ ਵੀ ਜੇ ਕਿਸੇ ਜਹਾਜ਼ ਤੇ ਬਹਿ ਕੇ ਪਾਰ ਜਾਈਏ, ਉਹ ਵੀ ਨਹੀਂ ਦਿਸਦਾ। ਜਾਂ ਤੇ ਪਾਰ ਜਾਨ ਹੋਏ ਕਾਜਾ, ਜਿਹਦੇ ਨਾਲ ਸਾਡਾ ਪਾਰ ਜਾਣ ਵਾਲਾ ਕੰਮ ਹੋ ਜਾਵੇ। ਤੂੰ ਸਿਆਣੋ ਕਛ ਮਸਲਤ ਦੀਜੈ, ਤੂੰ ਸਿਆਣਾ ਆ ਭਾਈ ਬਾਲਿਆ, ਕੋਈ ਸਲਾਹ ਹੀ ਦੇ ਦੇ ਸਾਨੂੰ ਵੀ ਇਹ ਕਿਵੇਂ ਪਾਰ ਕਰੀਏ। ਜਿਸ ਪ੍ਰਕਾਰ ਤੇ ਗਮਨ ਕਰੀਜੈ, ਜਿਹਦੇ ਨਾਲ ਇਹ ਦਰਿਆ ਨੂੰ, ਇਹ ਸਮੁੰਦਰ ਨੂੰ ਪਾਰ ਕਰ ਸਕੀਏ। ਸੁਨੀਏ ਸ਼੍ਰੀ ਅੰਗਤ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ ਜਦੋਂ ਸਤਿਗੁਰਾਂ ਨੇ ਮੈਨੂੰ ਇਹ ਗੱਲ ਕਹੀ ਤੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ ਮੈਂ ਜੋ ਜਵਾਬ ਦਿੱਤਾ। ਗੁਰ ਸੋ ਮੈਂ ਬੋਲਿਓ ਅਸਬਾਨੀ, ਮੈਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਇਉਂ ਆਖਿਆ, ਜੋ ਪਾਹਨ ਲੈ ਔਰ ਡੁਬੰਤੇ, ਤੁਮਰੇ ਬਚਨਨ ਤੇ ਸੋ ਤਰੰਤੇ। ਭਾਈ ਬਾਲਾ ਜੀ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ। ਸਤਿਗੁਰੂ ਜਿਹੜੇ ਪੱਥਰ ਆਪ ਡੁੱਬਦੇ ਨੇ, ਜਿਹੜਾ ਉਹਨਾਂ ਨੂੰ ਆਸਰਾ ਲੈਂਦਾ, ਉਹ ਪੱਥਰ ਉਹਨਾਂ ਨੂੰ ਵੀ ਡੋਬ ਦਿੰਦੇ ਆ। ਪੱਥਰ ਆਪ ਡੁੱਬਦੇ ਐ ਤੇ ਮਹਾਰਾਜ ਹੋਰਾਂ ਨੂੰ ਵੀ ਲੈ ਕੇ ਡੁੱਬ ਜਾਂਦੇ ਨੇ। ਪਰ ਸਤਿਗੁਰੂ ਜੇ ਤੁਸੀਂ ਬਚਨ ਕਰ ਦਿਓ ਨਾ ਤੇ ਉਹਨਾਂ ਡੁੱਬਦੇ ਹੋਏ ਪੱਥਰਾਂ ਨੂੰ ਵੀ ਤੁਸੀਂ ਬਚਨਾਂ ਨਾਲ ਤਾਰ ਦਿੰਦੇ ਹੋ। ਸਤਿ ਸ੍ਰੀ ਅਕਾਲ। ਮਹਾਰਾਜ ਡੁੱਬਦੇ ਪੱਥਰ ਤਾਰੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਤੁਸੀਂ ਤਾਂ ਆਪਣੇ ਬਚਨਾਂ ਨਾਲ ਡੁੱਬਦੇ ਪੱਥਰ ਵੀ ਤਾਰ ਦਿੰਦੇ ਹੋ। ਗਰਵੇ ਗਿਰ ਸਾਗਰ ਪਰ ਤਾਰੇ, ਵੱਡੇ ਵੱਡੇ ਪਹਾੜ ਵੀ ਤੁਸੀਂ ਸਾਗਰ ਤੇ ਤਾਰ ਦਿੱਤੇ ਹਨ। ਮਾਨਵ ਕੀ ਕਿਆ ਗਨਤੀ ਉਚਾਰੇ, ਤੇ ਮਹਾਰਾਜ ਬੰਦਿਆਂ ਦੀ ਤਾਂ ਗਿਣਤੀ ਕੀ ਹੈ? ਤੁਸੀਂ ਤਾਂ ਵੱਡੇ ਵੱਡੇ ਪਹਾੜ ਤਾਰ ਦਿੱਤੇ ਆ ਸਤਿਗੁਰੂ, ਤੇ ਬੰਦਿਆਂ ਦੀ ਤਾਂ ਗਿਣਤੀ ਕੀ ਆ? ਉਹਨਾਂ ਨੂੰ ਤਾਰਨ ਵਿੱਚ ਕਿਹੜਾ ਆਪ ਜੀ ਲਈ ਕੋਈ ਅਸਮਰੱਥਪੁਣਾ ਹੈ? ਨਾਮ ਲਏ ਜੋ ਤੁਮ ਦਿਨ ਰਹਿਣਾ, ਮਹਾਰਾਜ ਜੀ ਜਿਹੜੇ ਰਾਤ ਦਿਨ ਤੁਹਾਡਾ ਨਾਮ ਲੈਂਦੇ ਐ, ਰਾਤ ਦਿਨ ਜਪਦੇ ਆ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਮਹਾਰਾਜ ਜਿਹੜੇ ਰਾਤ ਦਿਨ ਤੁਹਾਡਾ ਨਾਮ ਲੈਂਦੇ ਹਨ, ਸੋ ਭਉਜਲ ਲੰਗੇ ਸੁਖ ਚੈਨਾ। ਮਹਾਰਾਜ ਉਹ ਇਹ ਭਵਜਲ ਤੋਂ ਤਰ ਜਾਂਦੇ ਆ ਸੁਖ ਸਹਿਤ, ਉਹ ਇਹ ਸੰਸਾਰ ਤੋਂ ਵੀ ਤਰ ਜਾਂਦੇ ਹਨ। ਸਤਿ ਸ੍ਰੀ ਅਕਾਲ। ਮਹਾਰਾਜ ਉਹ ਤਾਂ ਇਸ ਭਵਜਲ ਤੋਂ ਸੰਸਾਰ ਤੋਂ ਵੀ ਤਰ ਜਾਂਦੇ ਜਿਹੜਾ ਤੁਹਾਡਾ ਨਾਮ ਲੈਂਦੇ ਹਨ। ਏ ਸਾਗਰ ਕਿਆ ਤਰਨ ਦੋਹੇਲਾ, ਤਾਰੋ ਭਉਜਲ ਪੂਰ ਸੋਹੇਲਾ। ਮਹਾਰਾਜ ਇਹ ਸਮੁੰਦਰ ਤਾਂ ਕੱਖ ਵੀ ਨਹੀਂ, ਇਹਨੂੰ ਤਰਨਾ ਤਾਂ ਕੀ ਔਖਾ ਹੈ ਤੁਹਾਡੇ ਲਈ।
ਮਹਾਰਾਜ ਤੁਸੀਂ ਤਾਂ ਆਪਣਿਆਂ ਸੇਵਕਾਂ ਨੂੰ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਵੀ ਤਾਰਦਿਆਂ ਦੇਰੀ ਨਹੀਂ ਲਾਉਂਦੇ। ਮਹਾਰਾਜ ਤੁਹਾਡੇ ਸੇਵਕ ਜਿਹੜੇ ਤੁਹਾਨੂੰ ਜਪਦੇ ਐ, ਉਹਨਾਂ ਵਾਸਤੇ ਸੰਸਾਰ ਸਮੁੰਦਰ ਇਦਾਂ ਜਾਪਦਾ ਉਹਨਾਂ ਨੂੰ ਜਿਵੇਂ ਗਊ ਨੇ ਖੁਰ ਲਾਇਆ ਹੋਵੇ ਨਾ ਜ਼ਮੀਨ ਤੇ, ਕੱਚੇ ਥਾਂ ਤੇ, ਉਹਦੇ 'ਚ ਪਾਣੀ ਭਰ ਜਾਂਦਾ। ਉਹ ਪਾਣੀ ਭਰਿਆ ਇਉਂ ਜਾਪਦਾ ਵੀ ਜਿਵੇਂ ਸਮੁੰਦਰ ਹੋਵੇ। ਕੀੜੀ ਨੂੰ ਤਾਂ ਸਮੁੰਦਰ ਹੀ ਲੱਗਦਾ ਜੋ ਉਹਨੇ ਪਾਰ ਕਰਨਾ ਹੋਵੇ, ਤੇ ਜੇ ਆਪਾਂ ਪਾਰ ਕਰਨਾ ਹੋਵੇ ਸਾਡੇ ਲਈ ਕੀ ਹੈ? ਉਹ ਇੱਕ ਕਦਮ ਪੁੱਟਣਾ, ਟੱਪ ਕੇ ਪਾਰ ਲੰਘ ਜਾਣਾ। ਮਹਾਰਾਜ ਜਿਹੜੇ ਤੁਹਾਡਾ ਸਿਮਰਨ ਕਰਦੇ ਆ ਨਾ, ਉਹਨਾਂ ਵਾਸਤੇ ਸੰਸਾਰ ਦਾ ਸਮੁੰਦਰ ਗੋ ਖੁਰ ਦੇ ਵਿੱਚ ਭਰੇ ਪਾਣੀ ਦੇ ਸਮਾਨ ਹੈ। ਇਦਾਂ ਤਰ ਜਾਂਦੇ ਆ ਉਹ ਤੁਹਾਡਾ ਭਜਨ ਕਰਕੇ। ਗਰੀਬ ਨਵਾਜ, ਇਹ ਸਮੁੰਦਰ ਨੂੰ ਤਰਨਾ ਕਿਹੜਾ ਕੋਈ ਔਖੀ ਗੱਲ ਹੈ? ਸੁਨ ਪ੍ਰਸੀਦ ਪਏ ਬੋਗਤ ਦਾਨੀ। ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਮੁਕਤੀ ਦਾਤੇ ਸਤਿਗੁਰੂ ਜੀ ਪ੍ਰਸੰਨ ਹੋਏ। ਬੋਲੇ ਪਰਮ ਮਨੋਹਰ ਬਾਣੀ। ਬੜੀ ਮਨੋਹਰ ਬਾਣੀ ਸਤਿਗੁਰੂ ਜੀ ਬੋਲੇ। ਮੂਲ ਮੰਤਰ ਉਚਾਰਿਆ ਸਤਿਗੁਰਾਂ ਨੇ ਆਪਣੇ ਮੁਖੋਂ। ਉਹ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਇ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ।